ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਜੀ ਕਾ ਬਿਤ ਮੁਸ਼ਟ ਪ੍ਰਹਾਰ ਕਰ ਲਗ ਕਰ ਯਾਰ ਮਾਨੋ ਕੜਤ ਲੁਹਾਰ ਜਾਮੈ ਬਲ ਹੈ ਸਮਾਨ ਕੋ ਕੈਦੋਂ ਗਜ ਦੋ ਸਿੰਘ ਛਾਰ ਦੋਲ ਸੋ ਹਿਰਦੈ ਕ੍ਰੋਧ ਬਹੁ ਹੋ ਨਹਿ ਪਾਏ ਕੋ ਹਾਨ ਕੋ लागत चपेट पाए पीड़ने के पेट लख सुबट सहट मन कर अभिमान को लातन कुमार मुख बचन उचार न है दुरे लरत है मरोरत है पान को मुष्ट प्रहार कर लग कर यार मानो कड़त लुहार जाम बल है समान को। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु सवारे गुरु प्यारे सतगुरां दे साजे नवाजे गुरु का खालसा साध संगत माई भाई जी ਆਪ ਸਾਰੇ ਗੁਰਮੁਖ ਜਨ ਮਾਈ ਭਾਈ ਵੱਡਿਆਂ ਭਾਗਾਂ ਵਾਲਿਓ ਜੋ ਧੰਨ ਸਾਹਿਬੇ ਕਮਾਲ ਦੀਨ ਦੁਨੀਆ ਦੇ ਮਾਲਕ ਲੋਕ ਅਤੇ ਪਰਲੋਕ ਦੇ ਵਿੱਚ ਪਦ ਢੱਕਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਪਿਆਰਿਆਂ ਨੂੰ ਅਮਰ ਕਰ ਦੇਣ ਵਾਲੇ ਜਿਨ੍ਹਾਂ ਦੇ ਪਰਉਪਕਾਰਾਂ ਦਾ ਅੰਤ ਹੀ ਨਹੀਂ ਆਉਂਦਾ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਸਤਿਗੁਰੂ ਜੀ ਵੱਡੀ ਭਾਰੀ ਦਇਆ ਕਰ ਰਹੇ ਹੈ। ਜਿਨ੍ਹਾਂ ਸਾਹਿਬਾਂ ਦਾ ਬਹੁਤ ਵੱਡਾ ਭਾਰੀ ਰਹਿਮ ਹੋ ਰਿਹਾ ਹੈ ਜਿਸ ਦਾ ਸਦਕਾ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਤਰੁੱਠਦੇ ਆ ਆਪਣੇ ਜਾਣ ਕੇ ਮਿਹਰ ਕਰਦੇ ਹੈ ਤਾਂ ਚਰਨਾਂ ਵਿੱਚ ਬੈਠਣ ਦਾ ਇਹ ਸਮਾਂ ਪ੍ਰਾਪਤ ਹੁੰਦਾ ਹੈ। ਸੋ ਆਪ ਬੜਭਾਗੇ ਹੋ ਸਾਰੇ ਗੁਰਮੁਖ ਜਨ ਮਾਈ ਭਾਈ ਜੋ ਆਪਣੇ ਪਰਮ ਪਿਤਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸੋਹਣੇ ਗੋਦ ਵਿੱਚ ਬੈਠ ਕੇ ਆਨੰਦ ਪ੍ਰਾਪਤ ਕਰ ਰਹੇ ਹੋ। ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਦੇ ਪਾਵਨ ਪਵਿੱਤਰ ਤਖਤ ਸਾਹਿਬ ਜੀ ਤੇ ਸੋਹਣੇ ਕੀਰਤਨ ਦੇ ਹਾਜ਼ਰੀ ਗੁਰਮੁਖ ਪਿਆਰਿਆਂ ਨੇ ਭਰੀ ਹੈ। ਭਾਈ ਸਾਹਿਬ ਜੀ ਨੇ ਉਪਰੰਤ ਸਿੱਖ ਕੌਮ ਦੀ ਮਹਾਨ ਹਸਤੀ ਸਿੰਘ ਸਾਹਿਬ ਜੀ ਨੇ ਨਿਤ ਦੀ ਮਰਜ਼ਾਦਾ ਅਨੁਸਾਰ ਹੀ ਸਤਿਗੁਰਾਂ ਨੂੰ ਦੇਗਾਂ ਦੇ ਭੋਗ ਲਵਾਏ ਹੈ। ਉਪਰੰਤ ਜੋ ਪਿਛਲੇ ਪਹਿਰ ਦੇ ਦੀਵਾਨ ਵਿੱਚ ਸਾਹਿਬਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਇਤਿਹਾਸ ਦੀ ਕਥਾ ਵਿਚਾਰ ਸੰਗਤ ਜੀ ਚੱਲ ਰਹੀ ਹੈ। ਸਤਿਗੁਰੂ ਇੱਕ ਜਗ੍ਹਾ ਤੇ ਗਏ ਸੀਗੇ, ਲੋਕਾਂ ਦਾ ਪਿਆਰ ਸਨੇਹ ਦੇਖਿਆ, ਸੇਵਾ ਦੀ ਭਾਵਨਾ ਨੂੰ ਤੱਕਿਆ ਤੇ ਉਹਨਾਂ ਪ੍ਰਤੀ ਇਹ ਬਾਚਨ ਕੀਤੇ ਸੰਸਾਰ ਦੇ ਵਿੱਚ ਖਿਲਰ ਜਾਓ। ਕੁਛ ਇੱਕ ਜਗ੍ਹਾ ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਹ ਲੋਕ ਮਿਲੇ ਜਿਨ੍ਹਾਂ ਦੇ ਵਿੱਚ ਮਨੁੱਖਤਾ ਨਹੀਂ ਸੀ, ਸੇਵਾ ਦੀ ਭਾਵਨਾ ਨਹੀਂ ਸੀ। ਹਉਮੈ ਦਾ ਵੱਡਾ ਭਾਰੀ ਰੋਗ ਨੇ ਉਹਨਾਂ ਨੂੰ ਗ੍ਰਸਿਆ ਹੋਇਆ ਸੀ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਤੁਸੀਂ ਇੱਥੇ ਵੱਸਦੇ ਹੀ ਰਹੋ। ਬਾਬਾ ਬਾਲਾ ਜੀ ਭਾਈ ਮਰਦਾਨਾ ਜੀ ਨੇ ਅਰਜ਼ ਕੀਤੀ ਸੀ ਮਹਾਰਾਜ ਭਲੇ ਪੁਰਸ਼ਾਂ ਨੂੰ ਕਹਿੰਦੇ ਹੋ ਖਿਲਰ ਜਾਵੋ, ਇਹਨਾਂ ਨੂੰ ਕਹਿੰਦੇ ਵੱਸਦੇ ਰਹੋ। ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਸਨ ਸੰਸਾਰ ਦੇ ਵਿੱਚ ਵਿਚਰਨਗੇ, ਖਿਲਰਨਗੇ। ਇਹ ਸ਼ੁਭ ਮੱਤ ਜਿਹੜੀ ਇਹਨਾਂ ਦੀ ਹੈ ਇਸ ਦਾ ਪ੍ਰਚਾਰ ਕਰਨਗੇ, ਮਨੁੱਖਤਾ ਦਾ ਪਾਠ ਜੀਵਾਂ ਨੂੰ ਪੜ੍ਹਾਉਣਗੇ। ਦਇਆ ਕਰਨੀ, ਕਿਰਤ ਕਰਨੀ, ਨਾਮ ਜਪਣਾ, ਮਨੁੱਖਤਾ ਦੀ ਸੇਵਾ ਕਰਨੀ ਆਦਿਕ। ਇਹ ਜਿਹੜੇ ਘਟੀਆ ਸੋਚ ਦੇ ਲੋਕ ਹਨ ਇਹ ਇੱਕ ਹੀ ਜਗ੍ਹਾ 'ਤੇ ਰਹਿਣ ਚੰਗੇ, ਕਿਉਂਕਿ ਹੋਰਨਾਂ ਲੋਕਾਂ ਦੀ ਵੀ ਸੋਚ ਇਹ ਖਰਾਬ ਕਰਨਗੇ।
ਉਪਰੰਤ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ ਸੀ, ਕੌਣ ਕੌਣ ਰੋਂਦਾ, ਸਾਰਾ ਸੰਸਾਰ ਹੀ ਰੋਂਦਿਆਂ ਦਾ ਹੈ। ਗਿਆਨ ਤੋਂ ਵਿਹੀਣੇ ਜਿਹੜੇ ਲੋਕ ਹਨ, ਜਿਨ੍ਹਾਂ ਦੇ ਪਾਸ ਨਾਮ ਦੀਆਂ ਦਾਤਾਂ ਨਹੀਂ ਹਨ, ਕਰਤੇ ਨੇ ਬਖਸ਼ਿਸ਼ ਨਹੀਂ ਕੀਤੀ ਹੋਈ ਗਿਆਨ ਦੀ, ਉਹ ਸਾਰੇ ਰੋ ਰਹੇ ਹੈ। ਕੌਣ ਕੌਣ ਰੋਂਦਾ ਹੈ, ਪਰਸਰਾਮ ਰੋਵੈ ਘਰ ਆਇਆ, ਅਜਸ ਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਅੱਗੇ ਫਿਰ ਪਾਂਡਵਾਂ ਦੀ ਵਾਰੀ ਆਈ ਸੀ, ਪਾਂਡਵ ਰੋਵੇ ਭੈ ਮਜੂਰ, ਉਹ ਮਜੂਰ ਬਣ ਕੇ, ਨੌਕਰ ਬਣ ਕੇ ਰੋਂਦੇ ਆ ਪਾਂਡਵ। ਇੰਨਾ ਵੱਡਾ ਰਾਜ ਭਾਗ ਸੀ, ਸਾਰੀ ਸ੍ਰਿਸ਼ਟੀ ਫਤਿਹ ਕਰ ਲਈ ਸੀ ਉਹਨਾਂ ਨੇ, ਤੇ ਰਾਜਸੂਆ ਜੱਗ ਕੀਤਾ ਸੀਗਾ ਸਾਰੇ ਸੰਸਾਰ ਦੀ ਜਿੱਤ ਦੀ ਖੁਸ਼ੀ ਵਿੱਚ। ਉਪਰੰਤ ਸੰਗਤ ਜੀ, ਇਹ ਜੂਏ ਦੀ ਲੱਤ, ਜੂਆ ਖੇਡਣ ਕਰਕੇ ਸਾਰਾ ਕੁਝ ਹੀ ਹਾਰ ਗਏ। ਇੱਥੋਂ ਤੱਕ ਧਨ ਦੌਲਤ, ਰਾਜ ਸਾਜ, ਫੌਜਾਂ, ਬਾਜ, ਘੋੜੇ, ਹਾਥੀ ਤਾਂ ਹਾਰਨੇ ਹੀ ਸੀ, ਘਰਵਾਲੀ ਵੀ ਹਾਰ ਗਏ। ਤੇ ਕੌਰਵਾਂ ਨੇ ਇੱਕ ਸ਼ਰਤ ਤੇ ਇਹਨਾਂ ਨੂੰ ਇਹਦੀ ਘਰਵਾਲੀ ਵਾਪਸ ਦਿੱਤੀ ਸੀ ਕਿ ਜੇ ਤੁਸੀਂ ਸਾਰਾ ਮੁਲਕ ਛੱਡ ਕੇ ਜੰਗਲ ਵਿੱਚ ਜਾ ਕੇ ਵਾਸ ਕਰੋ 12 ਸਾਲ, ਉਪਰੰਤ 1 ਸਾਲ ਛਿਪ ਕੇ ਰਹੋ, ਚਾਹੇ ਉਹ ਕਿਸੇ ਪਹਾੜ ਦੀ ਕੁੰਦਰ ਵਿੱਚ ਰਹੋ, ਕਿੱਥੇ ਰਹੋ, ਤੁਸੀਂ ਕਿਸੇ ਨੂੰ ਦਿਖਣਾ ਨਹੀਂ ਚਾਹੀਦੇ। ਜੇ ਦਿਖ ਗਏ ਫਿਰ 12 ਸਾਲ ਤੁਹਾਨੂੰ ਬਨਵਾਸ ਭੋਗਣਾ ਪਵੇਗਾ, ਤੇ ਇਸੇ ਤਰ੍ਹਾਂ 13ਵਾਂ ਸਾਲ ਜਿਹੜਾ ਹੈ ਇੱਕ ਫਿਰ ਤੁਹਾਨੂੰ ਗੁਪਤ ਭੋਗਣਾ ਪਵੇਗਾ। ਜਦ ਤੱਕ ਇਹ 13 ਸਾਲ ਦਾ ਚੱਕਰ ਪੂਰਾ ਨਹੀਂ ਕਰਦੇ, 1 ਸਾਲ ਗੁਪਤ ਰਹਿਣ ਦਾ, 12 ਸਾਲ ਜੰਗਲ ਦੇ ਵਿੱਚ ਰਹਿਣ ਦਾ, ਤਦ ਤੱਕ ਇਹ ਤੁਹਾਨੂੰ ਮਾਫੀ ਨਹੀਂ ਹੋਵੇਗੀ। ਤੇ ਇਸ ਤਰ੍ਹਾਂ ਸੰਗਤ ਜੀ, ਇਹ ਜੰਗਲ ਦੇ ਵਿੱਚ ਗਏ 12 ਸਾਲ ਇਹਨਾਂ ਨੇ ਬਤੀਤ ਕੀਤੇ। ਉਪਰੰਤ ਮਦਰ ਦੇਸ਼ ਜੋ ਹੈ ਪੰਜਾਬ ਦੀ ਧਰਤੀ ਨੂੰ ਮੰਨਿਆ ਜਾਂਦਾ ਹੈ, ਇੱਥੇ ਚੱਲ ਕੇ ਆਏ ਵਿਦਵਾਨਾਂ ਨੇ ਖੋਜ ਕਰਕੇ ਮਦਰ ਦੇਸ਼ ਜਿਹੜਾ ਹੈ ਅਸਲ ਉਹ ਹੋਤੀ ਮਰਦਾਨ ਦਾ ਇਲਾਕਾ ਜਿਹੜਾ ਹੈ ਉਸ ਨੂੰ ਮੰਨਿਆ ਵੀ ਇਹ ਉਹ ਇਲਾਕਾ ਸੀ ਜਿੱਥੇ ਵਿਰਾਟ ਰਾਜੇ ਦਾ ਰਾਜ ਸੀਗਾ। ਪਾਕਿਸਤਾਨ ਦੇ ਵਿੱਚ ਜੋ ਰਹਿ ਗਿਆ ਹੋਤੀ ਮਰਦਾਨ ਦੇ ਮਹਾਂਪੁਰਖ ਵੀ ਹੋਏ ਹੈ, ਵੱਡੀ ਭਾਰੀ ਸੰਪਰਦਾ ਸਿਮਰਨ ਭਜਨ ਵਾਲੇ ਸਾਧੂਆਂ ਦੀ ਹੋਈ ਹੈ। ਉਹ ਵਿਰਾਟ ਰਾਜੇ ਦੇ ਪਾਸ ਚਲੇ ਗਏ। ਪੰਜੋ ਹੀ ਭਰਾ ਜਿਹੜੇ ਹਨ ਭੇਖ ਵਟਾ ਕੇ ਕਿ ਕੋਈ ਪਛਾਣੇ ਨਾ, ਰਾਜੇ ਦੇ ਪਾਸ ਜਾ ਕੇ ਨੌਕਰ ਹੋ ਗਏ। ਚੌਪੜ ਦੀ ਖੇਡ ਬਹੁਤ ਸੋਹਣੀ ਖੇਡਦੇ ਸੀ। ਯੁਧਿਸ਼ਟਰ ਜੀ ਧਰਮ ਦੇ ਪੁੱਤਰ ਸਨ, ਉਹ ਚੌਪੜ ਸਿਖਾਉਣ ਖੇਡਣ ਦੀ ਡਿਊਟੀ ਉਹਨਾਂ ਨੇ ਸੰਭਾਲ ਲਈ। ਅਰਜਨ ਜਿਹੜੇ ਸੀਗੇ ਉਹ ਸਾਧ ਸੰਗਤ ਜੀ ਹਿਜੜੇ ਦਾ ਸਰੂਪ ਧਾਰਨ ਕਰਕੇ ਤੇ ਰਾਜੇ ਦੀ ਲੜਕੀ ਨੂੰ ਨੱਚਣਾ ਗਾਉਣਾ ਸਿਖਾਉਣਾ ਸ਼ੁਰੂ ਕਰ ਦਿੱਤਾ। ਇਸੇ ਪ੍ਰਕਾਰ ਭੀਮ ਜਿਹੜਾ ਸੀਗਾ ਇਹ ਲੰਗਰ ਸੋਹਣਾ ਬਣਾ ਲੈਂਦਾ ਸੀ, ਇਹ ਰਸੋਈਏ ਦੀ ਡਿਊਟੀ ਇਸ ਨੇ ਸੰਭਾਲ ਲਈ। ਜਿਹੜਾ ਨਕੁਲ ਸੀਗਾ ਚੌਥਾ ਭਰਾ, ਉਹ ਘੋੜਿਆਂ ਦੀ ਸੇਵਾ 'ਚ ਲੱਗ ਗਿਆ। ਪੰਜਵਾਂ ਸਹਿਦੇਵ ਜਿਹੜਾ ਸੀਗਾ ਉਹ ਗਾਵਾਂ ਸੰਭਾਲਣ ਤੇ ਚਲਾ ਗਿਆ। ਔਰ ਦ੍ਰੋਪਦੀ ਜਿਹੜੀ ਸੀਗੀ ਵਿਰਾਟ ਰਾਜੇ ਦੀ ਰਾਣੀ ਦੀ ਸੇਵਾ ਵਿੱਚ ਚਲੇ ਗਈ। ਇਹ ਰਾਣੀ ਦਾ ਇੱਕ ਭਰਾ ਸੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਕਰੀਚਕ ਆਉਂਦਾ ਹੈ, ਬਹੁਤ ਸੂਰਮਾ ਬਲੀ ਸੀਗਾ। ਇੱਕ ਦਿਨ ਆਪਣੀ ਭੈਣ ਦੇ ਪਾਸ ਗਿਆ, ਦ੍ਰੋਪਦੀ ਦਾ ਸਰੂਪ ਦੇਖ ਕੇ ਬੇਈਮਾਨ ਹੋ ਗਿਆ, ਉਹਦੇ ਨਾਲ ਜ਼ਬਰਦਸਤੀ ਕਰਨ ਲੱਗਾ। ਤੇ ਸਭਾ ਲੱਗੀ ਸੀ ਰਾਜੇ ਦੀ ਬਹੁਤ, ਦ੍ਰੋਪਦੀ ਵਿਚਾਰੀ ਪਕਾਰੀ। 5 ਪਤੀ ਜਿਹੜੇ ਹੈ ਉਹ ਵੀ ਬੈਠੇ ਹੋਏ ਸੀਗੇ। ਨਾ ਰਾਜੇ ਨੇ ਕੋਈ ਇਮਦਾਦ ਕੀਤੀ, ਬਚਾਇਆ, ਨਾ ਸਭਾ ਵਿੱਚੋਂ ਕੋਈ ਉੱਠਿਆ। ਆਪਣੇ ਪਤੀ ਤੱਕ ਜਿਹੜੇ ਸੀ ਦ੍ਰੋਪਦੀ ਦੇ ਉਹ ਵੀ ਨਹੀਂ ਉੱਠੇ, ਉਲਟਾ ਦੇਖ ਕੇ ਇਸ ਕੌਤਕ ਨੂੰ ਨੀਵੀਂ ਪਾ ਕੇ ਰੋਣ ਲੱਗ ਪਏ। ਔਰ ਇਹ ਕ੍ਰੀਚਕ ਜਿਹੜਾ ਹੈ ਦ੍ਰੋਪਦੀ ਨੂੰ ਧੂ ਕੇ ਆਪਣੇ ਨਾਲ ਬਹੁਤ ਜ਼ੋਰ ਜ਼ਬਰਦਸਤੀ ਕਰਦਾ ਹੋਇਆ ਕੁੱਟਦਾ ਮਾਰਦਾ ਲੈ ਕੇ ਗਿਆ। ਦ੍ਰੋਪਦੀ ਨੇ ਦੇਖਿਆ ਹੁਣ ਕੋਈ ਵਾਹ ਨਹੀਂ ਚੱਲਦਾ, ਜ਼ੋਰ ਨਹੀਂ ਚੱਲਦਾ, ਕੁਛ ਨਾ ਕੁਛ ਉਪਾਅ ਕਰਾਂ, ਕੋਈ ਚਰਿੱਤਰ ਖੇਡਾਂ। ਕਹਿਣ ਲੱਗੀ ਇਸ ਤਰ੍ਹਾਂ ਸਾਰੀ ਪ੍ਰਜਾ ਦੇਖ ਰਹੀ, ਚੰਗੇ ਨਹੀਂ ਲੱਗੀਦਾ, ਰਾਤ ਨੂੰ ਮੈਂ ਤੇਰੇ ਪਾਸ ਆਵਾਂਗੀ। ਸੋ ਟਿਕਾਣਾ ਮਿਥ ਲਿਆ।
ਔਰ ਉਹ ਕ੍ਰੀਚਕ ਦੇ ਪਾਸੋਂ ਛੁੱਟ ਗਈ। ਉਪਰੰਤ ਸੰਧਿਆ ਦੇ ਸਮੇਂ 'ਤੇ ਭੀਮ ਦੇ ਪਾਸ ਗਈ, ਜਾ ਕੇ ਕਹਿਣ ਲੱਗੀ ਇਹ ਭਾਣਾ ਰਾਤ ਨੂੰ ਮੈਨੂੰ ਜਾਣਾ ਪੈਣਾ ਹੈ, ਜੇ ਮੈਂ ਰਾਤ ਨਾ ਗਈ ਤੇ ਰਾਜੇ ਦੇ ਸਾਲੇ ਨੇ ਦਿਨ ਚੜੇ ਮੈਨੂੰ ਫੇਰ ਫੜ ਲੈਣਾ, ਮੈਨੂੰ ਕੁੱਟੂ ਮਾਰੂਗਾ, ਮੇਰੀ ਬੇਅਦਬੀ ਵੀ ਕਰੂਗਾ, ਕੁਕਰਮ ਵੀ ਕਰੇਗਾ, ਤੇ ਕੋਈ ਨਾ ਕੋਈ ਉਪਾਅ ਯਤਨ ਤਰੀਕਾ ਵਰਤੀਏ। ਭੀਮ ਕਹਿਣ ਲੱਗਾ ਜਾਣਾ ਕਿੱਥੇ, ਜਿੱਥੇ ਜਗ੍ਹਾ 'ਤੇ ਜਾਣਾ ਸੀਗਾ ਉਹ ਸਾਰਾ ਜਾ ਕੇ ਦ੍ਰੋਪਦੀ ਨੇ ਦਿਖਾ ਦਿੱਤਾ ਵੀ ਇਹ ਜਿੱਥੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਤਾਂ ਛੁੱਟੀ ਹੋ ਜਾਂਦੀ ਹੈ, ਰਾਤ ਨੂੰ ਇਹ ਸਾਰਾ ਸਕੂਲ ਵਿਹਲਾ ਹੁੰਦਾ ਅਤੇ ਇੱਥੇ ਉਹਨੇ ਬੇਈਮਾਨ ਨੇ ਆਉਣਾ ਹੈ। ਸੋ ਭੀਮ ਨੇ ਸੰਗਤ ਜੀ ਇਸਤਰੀਆਂ ਵਾਲਾ ਸਰੂਪ ਧਾਰਨ ਕਰ ਲਿਆ। ਅੱਗੇ ਕ੍ਰੀਚਕ ਜਿਹੜਾ ਸੀ ਰਾਤ ਦੇ ਸਮੇਂ 'ਤੇ ਉੱਥੇ ਮੰਜਾ ਡਾਹ ਕੇ ਜਾ ਪਿਆ, ਉਡੀਕ ਕਰਦਾ ਹੈ। ਦ੍ਰੋਪਦੀ ਨੇ ਤਾਂ ਕੀ ਜਾਣਾ ਸੀਗਾ, ਉਹ ਭੀਮ ਜਿਹੜਾ ਹੈ ਇਸਤਰੀਆਂ ਵਾਲਾ ਸਰੂਪ ਧਾਰਨ ਕਰਕੇ ਤੇ ਕ੍ਰੀਚਕ ਦੇ ਪਾਸ ਪਹੁੰਚਿਆ। ਇਸਤਰੀ ਜਾਣ ਕੇ ਕ੍ਰੀਚਕ ਨੇ ਭੀਮ ਦਾ ਹੱਥ ਫੜਿਆ, ਅੱਗੋਂ ਭੀਮ ਨੇ ਉਹਦੇ ਬਾਂਹ ਨੂੰ ਘੁੱਟ ਕੇ ਫੜ ਲਿਆ। ਕ੍ਰੀਚਕ ਨੇ ਦੇਖਿਆ ਇਹ ਤਾਂ ਇਸਤਰੀਆਂ ਦਾ ਸਰੀਰ ਨਹੀਂ ਹੈ, ਕਿਸੇ ਮਰਦ ਦੇ ਨਾਲ ਹੀ ਹੱਥ ਮਿਲ ਗਿਆ ਮੇਰਾ, ਜੰਗ ਸ਼ੁਰੂ ਹੋ ਗਈ। ਸੋ ਇੱਥੋਂ ਹੀ ਕੱਲ੍ਹ ਸਮਾਂ ਸਮਾਪਤ ਹੋਣ 'ਤੇ ਸਮਾਪਤੀ ਹੋਈ ਸੀ। ਇੱਥੋਂ ਸੰਗਤ ਜੀ ਅੱਗੇ ਆਰੰਭਤਾ ਹੋ ਰਹੀ ਹੈ। ਇਹ ਜਿਹੀਆਂ ਕਹਾਣੀਆਂ, ਇਹ ਜਿਹੇ ਪ੍ਰਸੰਗ, ਇਹ ਜਿਹੇ ਗੁਰਬਾਣੀ ਆਸ਼ੇ ਅਨੁਸਾਰ ਉਪਦੇਸ਼ ਜਿਹੜਾ ਹੈ ਮਨ ਨੂੰ ਗਿਆਨੀ ਕਰਨ ਵਾਸਤੇ ਹੈ। ਇੱਕ ਤਾਂ ਸਾਧ ਸੰਗਤ ਜੀ ਬੁਰਾਈਆਂ ਤੋਂ ਪਿੱਛਾ ਛੁਡਾਉਣਾ, ਦੂਸਰਾ ਜਿਹੜੀ ਹੋਣੀ ਹੁੰਦੀ ਹੈ ਜਿਵੇਂ ਸਤਿਗੁਰਾਂ ਦੇ ਬਾਚਨਾਂ ਲੇਖ ਨਾ ਮਿਟਿਓ ਹੇ ਸਖੀ ਜੋ ਲਿਖਿਆ ਕਰਤਾਰ, ਉਹ ਲੇਖ ਮਿਟਦੇ ਨਹੀਂ, ਪਰ ਸਮਰੱਥ ਗੁਰੂ ਜਿਹੜੇ ਹੁੰਦੇ, ਪੂਰਨ ਗੁਰੂ ਹੁੰਦੇ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾਸੀ ਸਰੂਪ, ਦਸਾਂ ਸਰੂਪਾਂ ਦੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰੀਏ। ਤੇ ਸਾਧ ਸੰਗਤ ਜੀ ਇਹ ਜਿਹੜੇ ਕਰਮ ਹਨ, ਲੇਖ ਹਨ, ਉਹ ਸੂਲੀ ਤੋਂ ਸੂਲ ਕੰਡਾ ਬਚੁਬਣ ਜਿੰਨਾ ਇੰਨੀ ਕੁ ਤਕਲੀਫ ਦੇ ਵਿੱਚ ਕੱਟੇ ਜਾਂਦੇ ਹੈ। ਭਾਣਾ ਵਰਤ ਕੇ ਰਹਿੰਦਾ ਹੈ, ਜੋ ਲੇਖਾਂ ਦੇ ਵਿੱਚ ਲਿਖਿਆ ਹੁੰਦਾ, ਭੋਗੇ ਬਿਨ ਭਾਗੇ ਨਹੀਂ, ਜੀਵ ਭਜ ਨਹੀਂ ਸਕਦਾ ਭੋਗਿਆਂ ਤੋਂ ਬਿਨਾਂ। ਸੋ ਇਸ ਵਾਸਤੇ ਇਹ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਆਪਣੇ ਮਨ ਨੂੰ ਟਿਕਾਓ ਦੇ ਵਿੱਚ ਰੱਖਣ ਵਾਸਤੇ, ਦ੍ਰਿੜ ਭਰੋਸਾ ਗੁਰਾਂ 'ਤੇ ਰੱਖਣ ਵਾਸਤੇ ਅਤੇ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਕਿਵੇਂ ਭੀਮ ਦਾ ਕ੍ਰੀਚਕ ਦੇ ਨਾਲ ਜੰਗ ਹੋ ਰਿਹਾ ਹੈ, ਇਸ ਤੋਂ ਅੱਗੇ ਇਹ ਕਥਾ ਆਰੰਭ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ ਕਾ ਬਿਤ ਮੁਸ਼ਟ ਪ੍ਰਹਾਰ ਕਰਨ ਲਗ ਕਰਿਆਰ। ਸਾਧ ਸੰਗਤ ਜੀ ਮੁੱਕਿਆਂ ਦੇ ਨਾਲ ਜੰਗ ਕਰਨ ਲੱਗੇ, ਇੱਕ ਦੂਜੇ ਨੂੰ ਮੁੱਕੇ ਮਾਰਦੇ ਹੈ। ਜਿਸ ਤਰ੍ਹਾਂ ਪਾਣੀ ਦੇ ਵਿੱਚ ਘੜਿਆਲ ਹੁੰਦਾ ਹੈਗਾ, ਜਾਂ ਸੰਸਾਰ ਵੀ ਉਹਨੂੰ ਕਹਿ ਦਿੰਦੇ, ਮਗਰਮੱਛ ਵੀ ਕਹਿ ਦਿੰਦੇ ਹੈ, ਉਹ ਜਿਵੇਂ ਮਗਰਮੱਛ ਆਪਸ ਵਿੱਚ ਦੋ ਲੜਦੇ ਹੈ, ਇਸ ਤਰ੍ਹਾਂ ਭੀਮ ਤੇ ਕ੍ਰੀਚਕ ਆਪਸ ਵਿੱਚ ਲੜਨ ਲੱਗੇ। ਮਾਨੋ ਘੜਤ ਲੋਹਾਰ ਜਾਮੈ ਬਲ ਹੈ ਸਮਾਨ ਕੋ। ਜਾਂ ਫਿਰ ਇਸ ਤਰ੍ਹਾਂ ਸਮਝੀਏ ਜਿਵੇਂ ਲੋਹਾਰ ਹੁੰਦਾ ਹੈ, ਲੋਹੇ ਦੀ ਕੋਈ ਵਸਤੂ ਬਣਾਉਣ ਵਾਸਤੇ ਐਰਨ 'ਤੇ ਰੱਖ ਕੇ ਹਥੌੜਿਆਂ ਦੇ ਨਾਲ, ਬਿਦਾਨਾਂ ਦੇ ਨਾਲ ਉਹ ਲੋਹੇ 'ਤੇ ਸੱਟਾਂ ਮਾਰਦਾ ਹੈ। ਇਸ ਤਰ੍ਹਾਂ ਲੋਹੇ ਦੇ ਵਿਦਾਨ ਵਾਂਗੂ ਇੱਕ ਦੂਜੇ ਨੂੰ ਮੁੱਕੇ ਮਾਰਨ ਰਹੇ ਹਨ ਭੀਮ ਤੇ ਕ੍ਰੀਚਕ। ਕੈਦੋਂ ਗਜ ਦੋ ਸਿੰਘ ਛਾਰ ਦੋਲ ਸੋ। ਜਾਂ ਸਮਝੀਏ ਵੀ ਜੰਗਲ ਦੇ ਵਿੱਚ ਦੋ ਸ਼ੇਰ ਆਪਸ ਵਿੱਚ ਭਿੜ ਰਹੇ, ਲੜ ਰਹੇ ਹੈ। ਜਾਂ ਐ ਸਮਝੀਏ ਮਸਤ ਹੋਏ ਹਾਥੀ ਆਪਸ ਵਿੱਚ ਟੱਕਰਾਂ ਮਾਰ ਰਹੇ, ਭਿੜ ਰਹੇ ਨੇ, ਲੜ ਰਹੇ ਹਨ। ਹ੍ਰਿਦੈ ਕ੍ਰੋਧ ਬਹੁ ਹੋ ਨਹਿ ਪਾਏ ਕੋ ਹਾਨ ਕੋ। ਸੋ ਕ੍ਰੋਧ ਬਹੁਤ ਜ਼ਿਆਦਾ, ਭੀਮ ਨੂੰ ਆਪਣੀ ਜਗ੍ਹਾ 'ਤੇ ਗੁੱਸਾ ਹੈ ਬਾਹਲਾ ਜ਼ਿਆਦਾ। ਇਸੇ ਤਰ੍ਹਾਂ ਕ੍ਰੀਚਕ ਜਿਹੜਾ ਹੈ ਉਹ ਵਿਕਾਰ ਦੇ ਵਿੱਚ ਭਰਿਆ ਹੋਇਆ, ਆਪਣੀ ਬੇਪਤੀ ਹੋਈ ਦਾ ਬਦਲਾ ਲੈਣ ਵਾਸਤੇ ਭੀਮ ਨੂੰ ਮੁੱਕੇ ਮਾਰ ਰਿਹਾ ਹੈ।
लागत चपेट पाए पेड़ने के पेट। ਸੋ ਸਾਧ ਸੰਗਤ ਜੀ ਮੁਖੀਆਂ ਦੇ ਨਾਲ ਚਪੇੜਾਂ ਦੇ ਨਾਲ ਜੰਗ ਕਰਨ ਲੱਗੇ, ਇੱਕ ਦੂਸਰੇ ਨੂੰ ਮਾਰਦੇ ਐ। लख सुभट सहट मन कर अभिमान को। ਬਹੁਤ ਹੰਕਾਰ ਦੇ ਵਿੱਚ ਆ ਕੇ ਲੜ ਰਹੇ। ਕ੍ਰੀਚਕ ਨੂੰ ਤੇ ਆਪਣੇ ਬਲ ਦਾ ਤਾਕਤ ਦਾ ਹੰਕਾਰ ਹੈ, ਪਰ ਭੀਮ ਨੂੰ ਨਹੀਂ ਉਹ ਜਾਣਦਾ ਵੀ ਮੈਂ ਜਿਹਦੇ ਨਾਲ ਲੜ ਰਿਹਾ ਹੈ ਇਹ ਤੇ ਹਿਮਾਲਿਆ ਪਹਾੜ ਹੈ, ਕੋਈ ਆਮ ਮਨੁੱਖ ਨਹੀਂ ਹੈ। ਤੇ ਇਸੇ ਪ੍ਰਕਾਰ ਭੀਮ ਜਿਹੜਾ ਹੈ ਉਹਨੂੰ ਆਪਣਾ ਗੁੱਸਾ ਹੈ। ਇਹ ਸੰਗਤ ਜੀ ਕੋਈ ਕਰਮਾਂ ਦਾ ਹੀ ਹੁੰਦਾ ਹੈਗਾ ਫਲ। ਇਸ ਤਰ੍ਹਾਂ ਦ੍ਰੋਪਦੀ ਦਾ 5 ਪਾਂਡਵਾਂ ਨਾਲ ਵਿਆਹ ਜਾਣਾ ਇਹ ਵੀ ਕਰਮ ਫਲ ਹੈ। ਕਹਿੰਦੇ ਜਦ ਇਹਨੂੰ ਜਿੱਤ ਕੇ ਲਿਆਇਆ ਅਰਜਨ, ਕੋਈ ਵੀ ਵਸਤੂ ਲਿਆਉਂਦੇ ਸੀਗੇ ਤੇ ਮਾਂ ਕਹਿੰਦੀ ਪੁੱਤਰ ਵੰਡ ਲਓ ਸਾਰੇ। ਅੱਜ ਮਾਂ ਨੂੰ ਪਤਾ ਹੀ ਨਹੀਂ ਵੀ ਇਹ ਇਸਤਰੀ ਲਿਆਏ ਜਿਹੜੀ ਵੰਡੀ ਨਹੀਂ ਜਾ ਸਕਦੀ। ਆਣ ਕੇ ਮਾਂ ਨੂੰ ਕਹਿੰਦੇ ਅੱਜ ਅਸੀਂ ਕੋਈ ਬਹੁਤ ਸੋਹਣੀ ਵਸਤੂ ਲੈ ਕੇ ਆਏ ਹਾਂ। ਤੇ ਮਾਂ ਕਹਿਣ ਲੱਗੀ ਚੰਗਾ ਪੁੱਤਰ ਪੰਜੋ ਹੀ ਵੰਡ ਲਓ। ਹੁਣ ਮਾਂ ਦਾ ਹੁਕਮ ਨਹੀਂ ਸੀ ਮੋੜਿਆ ਜਾਂਦਾ। ਇਸ ਤਰ੍ਹਾਂ ਫਿਰ 1 ਸਾਲ ਵੰਡੀ ਸੀ ਦ੍ਰੋਪਦੀ। 1 ਸਾਲ ਇੱਕ ਪਤੀ ਦੇ ਪਾਸ ਰਹਿੰਦੀ, ਫਿਰ ਦੂਜੇ ਪਤੀ ਕੋਲ ਚਲੇ ਜਾਂਦੀ। 5 ਸਾਲਾਂ ਦੇ ਵਿੱਚ ਇਹ ਪੂਰਾ ਚੱਕਰ ਹੁੰਦਾ। ਇਹ ਜਿਹੜਾ ਭਾਣਾ ਵਰਤਿਆ ਹੈ ਉਸ ਸਮੇਂ ਭੀਮ ਦੇ ਨਾਲ ਰਹਿੰਦੀ ਸੀਗੀ। 13ਵਾਂ ਸਾਲ ਜਿਹੜਾ ਛਿਪ ਕੇ ਕੱਟਣਾ ਹੈ ਤੇ ਉਹਦੇ ਮੁਤਾਬਕ ਭੀਮ ਜਿਹੜਾ ਗੁੱਸੇ ਦੇ ਵਿੱਚ ਆਣ ਕੇ ਬਹੁਤ ਭਾਰੀ ਜੰਗ ਕਰਨ ਲੱਗਾ, ਕ੍ਰੀਚਕ ਨੂੰ ਮਾਰਨ ਲੱਗਾ। लातन कुमार मुख बचन उच्चारण है। ਤੇ ਲੱਤਾਂ ਦੇ ਨਾਲ ਭੀਮ ਮਾਰਦਾ ਹੈ ਤੇ ਮੂੰਹ ਤੋਂ ਨਹੀਂ ਬੋਲਦਾ, ਕਿਉਂਕਿ ਸਾਲ 13ਵਾਂ ਗੁਪਤ ਤਰੀਕੇ ਦੇ ਨਾਲ ਇਹਨਾਂ ਕੱਟਣਾ, ਪਛਾਣੇ ਨਾ ਜਾਣ, ਇਸ ਵਾਸਤੇ ਡਰਦਾ ਹੋਇਆ ਮੂੰਹ ਤੋਂ ਕੋਈ ਬੋਲ ਨਹੀਂ ਬੋਲਦਾ ਭੀਮ। दुरे लरत है मरोरत है पान को। ਅਤੇ ਦੋਵੇਂ ਛਿਪ ਕੇ ਲੜ ਰਹੇ ਵੀ ਕਿਸੇ ਨੂੰ ਪਤਾ ਨਾ ਲੱਗੇ। ਕ੍ਰੀਚਕ ਨੂੰ ਆਪਣੇ ਬਲ ਦਾ ਮਾਣ ਹੈ, ਉਹਨੂੰ ਐ ਵੀ ਲੜਨ ਵਾਲਾ ਕਿਹੜਾ ਐਡਾ ਵੱਡਾ ਹੋਵੇਗਾ, 10,000 ਹਾਥੀ ਦੀ ਤਾਕਤ ਹੈ ਮੇਰੇ ਵਿੱਚ, ਮੈਂ ਤਾਂ ਝੱਟ ਮਰੋੜ ਦੇਣਾ ਇਹਨੂੰ। ਭੀਮ ਦੀ ਤਾਕਤ ਨੂੰ ਨਹੀਂ ਜਾਣਦਾ, ਇਸ ਵਾਸਤੇ ਉਹ ਚੁੱਪ ਚਪੀਤੀਆਂ ਹੀ ਲੜ ਰਿਹਾ ਹੈ, ਮੂੰਹ ਤੋਂ ਕੋਈ ਗੱਲ ਨਹੀਂ ਬੋਲਦਾ ਤੇ ਭੀਮ ਵੀ ਨਹੀਂ ਕੋਈ ਆਵਾਜ਼ ਮੂੰਹ ਤੋਂ ਕਰਦਾ। सवैया जाम संग्राम भयो जब है। ਇਸ ਤਰ੍ਹਾਂ ਸਾਧ ਸੰਗਤ ਜੀ 3 ਘੰਟੇ ਇਹ ਜੰਗ ਚੱਲਦਾ ਰਿਹਾ। पग सो अटकाए कै भीम गिरायो। ਤੇ ਭੀਮ ਨੇ ਕੀ ਕੀਤਾ, ਕ੍ਰੀਚਕ ਦਾ ਹੱਥ ਵਿੱਚ ਫੜ ਕੇ ਥੱਲਿਓਂ ਪੈਰ ਦੀ ਠਿੱਬੀ ਮਾਰੀ, ਕ੍ਰੀਚਕ ਦੇ ਪੈਰ ਤੇ ਲੱਤ ਮਾਰ ਕੇ ਸਿੱਟ ਲਿਆ ਥੱਲੇ ਕ੍ਰੀਚਕ ਨੂੰ। ਕ੍ਰੀਚਕ ਉਪਰ ਤਾਂ ਚੜ ਕੇ। ਤੇ ਆਪ ਭੀਮ ਜਿਹੜਾ ਹੈ ਕ੍ਰੀਚਕ ਦੀ ਛਾਤੀ ਤੇ ਚੜ ਕੇ ਬੈਠ ਗਿਆ। ਬਹੁ ਗੋਡਨ ਮਾਰ ਕੇ ਭੂਮ ਗਿਰਾਇਓ। ਅਤੇ ਮਾਰ ਕੇ ਗੋਡੇ ਛਾਤੀ ਵਿੱਚ ਹਿੱਕ ਵਿੱਚ ਕ੍ਰੀਚਕ ਨੂੰ ਬੇਸੁੱਧ ਕਰ ਲਿਆ ਭੀਮ ਨੇ ਥੱਲੇ ਧਰਤੀ ਤੇ ਸਿੱਟ ਕੇ। ਦਾਉ ਬਚਾਏ ਉਭੈ ਪਗ ਭੀਮ ਨੇ। ਤੇ ਇਸ ਤਰ੍ਹਾਂ 2 ਪੈਰ ਜਿਹੜੇ ਚੱਕੇ ਆਪਣੇ ਭੀਮ ਨੇ ਦਾਉ ਬਚਾ ਕੇ ਕ੍ਰੀਚਕ ਦੇ ਪਾਸੋਂ। ਤਾਂ ਛਤੀਆਂ ਪ੍ਰਹਾਰ ਲਗਾਇਓ। ਦੋਵੇਂ ਪੈਰ ਜੋੜ ਕੇ ਭੀਮ ਨੇ ਕ੍ਰੀਚਕ ਦੀ ਛਾਤੀ ਦੇ ਵਿੱਚ ਹਿੱਕ ਦੇ ਵਿੱਚ ਮਾਰੇ। ਚੋਟ ਲਗੇ ਨਾ ਸੰਭਾਰ ਰਹੇ। ਐਸੇ ਜ਼ੋਰ ਦੀ ਭਿਆਨਕ ਪੈਰਾਂ ਦਾ ਵਾਰ ਹੋਇਆ, ਸੰਭਾਲ ਨਹੀਂ ਸਕਿਆ ਕ੍ਰੀਚਕ। ਗਿਰ ਗਾ ਜਨ ਪੌਨ ਨੇ ਰੁਖ ਗਿਰਾਇਓ। ਤੇ ਐ ਸਥਲ ਹੋ ਕੇ ਡਿੱਗ ਪਿਆ, ਜਿਵੇਂ ਸਾਧ ਸੰਗਤ ਜੀ ਹਨੇਰ ਚੱਲਦਾ ਬਹੁਤਾ ਵੱਡਾ ਭਾਰੀ, ਤੇ ਜਿਸ ਦਰਖਤ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਣ ਉਹ ਹਨੇਰ ਦਾ ਅੱਗੇ ਸਹਾਰ ਨਹੀਂ ਸਕਦਾ, ਧਰਤੀ ਤੇ ਡਿੱਗ ਪੈਂਦਾ ਹੈ। ਇਸ ਤਰ੍ਹਾਂ ਕ੍ਰੀਚਕ ਜਿਹੜਾ ਪੁਰਾਣੇ ਰੁੱਖ ਦੀ ਤਰ੍ਹਾਂ ਹਨੇਰ ਦੇ ਮਾਰੇ ਹੋਏ ਦੀ ਤਰ੍ਹਾਂ ਧਰਤੀ ਤੇ ਡਿੱਗ ਪਿਆ। ਭੀਮ ਚੜਾਤੇ ਹੈ ਉਪਰ ਕ੍ਰੋਧ ਕਾਇ। ਅਤੇ ਗੁੱਸੇ ਦੇ ਵਿੱਚ ਆਣ ਕੇ ਭੀਮ ਜਿਹੜਾ ਹੈ ਕ੍ਰੀਚਕ ਦੇ ਉੱਤੇ ਚੜ੍ਹ ਕੇ ਬੈਠ ਗਿਆ। ਹੱਥ ਗਹਿਓ ਸੋ ਮਰੋੜ ਕੈ ਡਾਰਾ। ਅਤੇ ਹੱਥ ਫੜ ਲਏ ਹੱਥ ਵਿੱਚ ਤੇ ਮਰੋੜ ਕੇ ਤੋੜ ਕੇ ਸਿੱਟ ਦਿੱਤੇ ਹੱਥ ਕ੍ਰੀਚਕ ਦੇ ਭੀਮ ਨੇ। ਹੀਨ ਪਇਓ ਬਲ ਦੇਖਤ ਹੈ ਪੁਜ। ਸੋ ਬਾਹਾਂ ਜਿਹੜੀਆਂ ਨੇ ਉਹ ਕੰਬਣ ਲੱਗ ਪਈਆਂ ਕ੍ਰੀਚਕ ਦੀਆਂ। ਹੱਥ ਤਾਂ ਤੋੜ ਕੇ ਜਿਵੇਂ ਸਾਧ ਸੰਗਤ ਜੋ ਗਾਜਰ ਮੂਲੀ ਤੋੜ ਦਿੰਦਾ ਐਂ ਤੋੜ ਕੇ ਸਿੱਟ ਦਿੱਤੇ ਹੱਥ ਭੀਮ ਨੇ ਕ੍ਰੀਚਕ ਦੇ। ਦੂਸਰ ਜੋ ਉਰ ਤੇ ਸੋ ਉਖਾਰਾ। ਤੇ ਦੂਜਾ ਜਿਹੜਾ ਸੀਗਾ ਹੱਥ ਉਹ ਵੀ ਉਹ ਛਾਤੀ ਦੇ ਨਾਲੋਂ ਅਲੱਗ ਕਰ ਦਿੱਤਾ, ਡੌਲੇ ਤੋਂ ਹੀ ਖੇੜ ਦਿੱਤਾ, ਫੜ ਕੇ ਬਾਂਹ ਹੀ ਪੱਟ ਦਿੱਤੇ। ਮੁੰਡ ਮਰੋਰ ਲਿਓ ਪੁਨ ਤਾਹੇ ਕੋ। ਤੇ ਇਸੇ ਤਰ੍ਹਾਂ ਸਿਰ ਫੜ ਕੇ ਹੱਥ ਵਿੱਚ ਭੀਮ ਨੇ ਕ੍ਰੀਚਕ ਦਾ ਉਹ ਵੀ ਮਰੋੜ ਦਿੱਤਾ। ਦੇਨ ਟਿਕਾਏ ਸੋ ਛਾਤੀ ਮਝਾਰਾ। ਤੇ ਪੱਟ ਕੇ ਨਾ ਸਿਰ ਉਹਦਾ ਸਰੀਰ ਨਾਲੋਂ ਤੇ ਚੱਕ ਕੇ ਤੇ ਹਿੱਕ ਦੇ ਉੱਤੇ ਰੱਖ ਦਿੱਤਾ ਕ੍ਰੀਚਕ ਦਾ ਸਿਰ।
ਹਾਥ ਦੋ ਪਗ ਤੋਰ ਭਲੇ ਬਿਧ। ਇਸੇ ਤਰ੍ਹਾਂ ਸਾਧ ਸੰਗਤ ਜੀ ਪੈਰ ਵੀ ਦੋਵੇਂ ਤੋੜ ਦਿੱਤੇ ਮਰੋੜ ਕੇ ਭੀਮ ਨੇ, ਔਰ ਦੋਨੋਂ ਹੱਥ ਤੋੜ ਦਿੱਤੇ ਤੇ ਸਿਰ ਵੀ ਤੋੜ ਦਿੱਤਾ ਸਰੀਰ ਨਾਲੋਂ। ਪੇਟ ਮੈਂ ਪਾਏ ਕੇ ਨੇਕੇ ਸਵਾਰਾ। ਅਤੇ ਢਿੱਡ ਦੇ ਉੱਤੇ ਰੱਖ ਦਿੱਤਾ, ਸਵਾਰ ਕੇ ਗੋਲ ਬਣਾ ਦਿੱਤਾ ਇਸ ਤਰ੍ਹਾਂ ਕ੍ਰੀਚਕ ਨੂੰ। ਦੋਹਰਾ ਕਰ ਕੁਲਾਲ ਕੇ ਚਾਕ ਸਮ ਜੋ ਸ਼ਤੀਰ ਚਟਸਾਰ। ਇਸ ਤਰ੍ਹਾਂ ਸਾਧ ਸੰਗਤ ਜੀ ਜਿਸ ਤਰ੍ਹਾਂ ਉਹ ਚੱਕ ਹੁੰਦਾ ਕੁਮਹਾਰ ਦਾ, ਇਸ ਤਰ੍ਹਾਂ ਦਾ ਬਣਾ ਦਿੱਤਾ ਹੈਗਾ ਕ੍ਰੀਚਕ ਨੂੰ। ਹੱਥ ਵੀ ਭੰਨ ਦਿੱਤੇ, ਨਾਲੋਂ ਕੱਢ ਦਿੱਤੇ, ਪੈਰ ਵੀ ਲਾਹ ਦਿੱਤੇ, ਸਿਰ ਜਿਹੜਾ ਲਾਹ ਕੇ ਹਿੱਕ ਦੇ ਉੱਤੇ ਰੱਖ ਦਿੱਤਾ, ਇਸ ਤਰ੍ਹਾਂ ਦੀ ਹਾਲਤ ਬਣਾ ਦਿੱਤੇ। ਤeh ਕੋ ਸਿਰੋਂ ਉਠਾਏ ਕੈ ਦੀਨ ਤਸਾਏ ਮਝਾਰ। ਤੇ ਵੱਡਾ ਸਾਰਾ ਸ਼ਤੀਰ ਸੀਗਾ ਪਿਆ ਹੋਇਆ ਉਹ ਚੜ੍ਹ ਸਾਲ ਦੇ ਵਿੱਚ, ਜਿੱਥੇ ਬੱਚੇ ਪੜ੍ਹਦੇ ਆ ਉਹਦੇ ਥੱਲੇ ਧੱਕ ਦਿੱਤਾ ਸਰੀਰ ਇਹਦਾ ਕ੍ਰੀਚਕ ਦਾ। ਸਵਈਆ ਚਾਰ ਘੜੀ ਜਬ ਰਹਿਨ ਰਹੇ। ਜਦੋਂ 4 ਘੜੀਆਂ ਰਾਤ ਬਾਕੀ ਰਹਿ ਗਈ, ਸਵਾ ਪਹਿਰ, ਤਬ ਭੀਮ ਗਇਓ ਆਪਣੇ ਘਰ ਮਾਹੇ। ਇਸ ਤਰ੍ਹਾਂ ਕ੍ਰੀਚਕ ਦਾ ਸਾਰਾ ਮੋਰਚਾ ਫਤਿਹ ਕਰਕੇ ਭੀਮ ਆਪਣੇ ਘਰੇ ਚਲੇ ਗਿਆ। ਦੇਹ ਪਇਓ ਸ਼ਰਮ ਸੋਏ ਰਹਿਓ। ਰਾਤ ਲੜਦਾ ਰਿਹਾ ਕ੍ਰੀਚਕ ਦੇ ਨਾਲ ਭੀਮ, ਥਕਾਵਟ ਹੋ ਗਈ ਹੈ ਸਰੀਰ ਨੂੰ, ਇਸ ਵਾਸਤੇ ਘਰੇ ਜਾ ਕੇ ਸੌਂ ਗਿਆ ਭੀਮ। ਪੁਰ ਬੀਚ ਲਖੇ ਕਿਨ ਹੋ ਸੋਧ ਨਾਹੇ। ਤੇ ਆਪਣੇ ਮਨ ਵਿੱਚ ਵਿਚਾਰਦਾ ਵੀ ਮੇਰੀ ਕਿਸੇ ਨੂੰ ਖਬਰ ਹੀ ਨਹੀਂ ਕੀ ਹੋਈ, ਤੇ ਹੋਇਆ ਵੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ, ਕਿਉਂਕਿ ਲੜਾਈ ਗੁਪਚੁਪ ਹੀ ਹੋਈ ਹੈ। ਘਸੁੰਨ ਮੁੱਕੀ ਦੀ ਲੜਾਈ ਹੋਈ, ਚਪੇੜਾਂ ਇੱਕ ਦੂਜੇ ਨੂੰ ਲੱਤਾਂ ਮਾਰਦੇ ਰਹੇ, ਤੇ ਉਸ ਤੋਂ ਬਾਅਦ ਮਰੋੜ ਕੇ ਸਿਰ ਵੱਖਰਾ ਕਰ ਦਿੱਤਾ, ਹੱਥ ਵੱਖਰੇ, ਪੈਰ ਵੱਖਰੇ, ਇਹੋ ਜਿਹਾ ਸਰੂਪ ਬਣਾਤਾ ਕ੍ਰੀਚਕ ਦਾ ਭੀਮ ਨੇ। ਭੋਰ ਭਏ ਸਭ ਲੋਕ ਉਠੇ। ਜਿਸ ਵੇਲੇ ਦਿਨ ਚੜਿਆ, ਚਾਨਣਾ ਹੋਇਆ, ਲੋਕ ਉੱਠੇ ਹਨ। ਪੇਖ ਕ੍ਰੀਚਕ ਪਾਏ ਨਾ ਧਾਮ ਜਹਾਹੇ। ਤੇ ਦੇਖਿਆ ਲੋਕਾਂ ਨੇ ਕਿ ਕ੍ਰੀਚਕ ਨਹੀਂ ਹੈ ਆਪਣੇ ਘਰ ਦੇ ਵਿੱਚ। ਪਹਿਲਾਂ ਉੱਠਦਾ ਸੀਗਾ, ਪਤਾ ਲੱਗਦਾ ਸੀ ਘਰ ਦੇ ਵਿੱਚ ਹੈ, ਅੱਜ ਕੋਈ ਆਵਾਜ਼ ਨਹੀਂ ਕ੍ਰੀਚਕ ਦੀ ਆ ਰਹੀ। ਹੋਏ ਹਿਰਦੈ ਬਿਸਮੈ ਸਭ ਹੈ। ਇਸ ਤਰ੍ਹਾਂ ਸਭ ਹੈਰਾਨ ਹੋ ਰਹੇ ਵੀ ਕ੍ਰੀਚਕ ਕਿਉਂ ਨਹੀਂ ਦਿਸਦਾ, ਕਿੱਥੇ ਚਲਾ ਗਿਆ। ਤਬ ਖੋਜਨ ਕੇਨ ਭਲੇ ਬੇਧ ਤਾਹੇ। ਤਾਂ ਫਿਰ ਜਿਹੜੇ ਨਜ਼ਦੀਕੀ ਲੋਕ ਸੀਗੇ ਉਹਨਾਂ ਨੇ ਕ੍ਰੀਚਕ ਨੂੰ ਲੱਭਣਾ ਸ਼ੁਰੂ ਕੀਤਾ ਹੈ। ਰੌਰ ਪਰਾ ਸਗਰੇ ਪੁਰ ਮੈਂ। ਸਾਰੇ ਨਗਰ ਦੇ ਵਿੱਚ ਇਹ ਰੌਲਾ ਪੈ ਗਿਆ। ਨਹਿ ਕ੍ਰੀਚਕ ਪਾਵਤ ਹੈ ਕਿਹ ਥਾਏ। ਬਈ ਕ੍ਰੀਚਕ ਨਹੀਂ ਲੱਭ ਰਿਹਾ, ਕ੍ਰੀਚਕ ਕਿੱਥੇ ਚਲੇ ਗਿਆ, ਆਪਣੇ ਘਰੇ ਵੀ ਨਹੀਂ ਹੈ, ਕਿੱਥੇ ਪਤਾ ਨਹੀਂ ਲੱਗਦਾ ਉਸ ਦਾ। ਦੇਖਿਓ ਤਵੈ ਚਟਸਾਰ ਮਝਾਰ। ਲੱਭਦਿਆਂ ਲੱਭਦਿਆਂ ਪਾਠਸ਼ਾਲਾ ਦੇ ਵਿੱਚ ਜਾ ਕੇ ਦੇਖਿਆ, ਕੁਲਾਲ ਕੇ ਚਾਕ ਸਮਾਨ ਬਣਾਏ। ਜਿਸ ਤਰ੍ਹਾਂ ਕੁਮਹਾਰ ਦਾ ਚੱਕ ਨਹੀਂ ਹੁੰਦਾ ਜਿੱਤੇ ਬਰਤਨ ਬਣਾਉਂਦੇ ਆ, ਐਂ ਹੱਥ ਪੈਰ ਸਿਰ ਨਾਲੋਂ ਲਾਹ ਕੇ ਸਾਰਾ ਗੋਲ ਬਣਾ ਕੇ ਛਾਤੀ ਤੇ ਸਿਰ ਰੱਖ ਕੇ ਗਣੇਸ਼ ਬਣਾਇਆ ਹੋਇਆ ਹੈਗਾ ਕ੍ਰੀਚਕ ਨੂੰ। ਆਨਨ ਦੇਖ ਪਛਾਨਤ ਪੇ। ਆਣ ਕੇ ਦੇਖਿਆ ਵੀ ਇਹੀ ਹੈ ਮਰਿਆ ਪਿਆ ਕ੍ਰੀਚਕ। ਸਿਰ ਤੋਰ ਜੋ ਪੇਟ ਕੇ ਮਾਹੇ ਟਿਕਾਏ। ਉਹ ਸਿਰ ਜਿਹੜਾ ਹੈ ਉਹ ਨਾਲੋਂ ਤੋੜ ਕੇ ਜਿਵੇਂ ਸ਼ਲਗਮ ਹੁੰਦਾ ਪੱਟ ਕੇ ਜਿਵੇਂ ਰੱਖ ਦੇਈਦਾ, ਇਸ ਤਰ੍ਹਾਂ ਉਹਦਾ ਸਿਰ ਢਿੱਡ ਦੇ ਵਿੱਚ ਪਾੜ ਦਿੱਤਾ। ਹਾਥ ਨਾ ਪਾਉ ਨਾ ਪਾਵਤ ਹੈ। ਨਾ ਕੋਈ ਹੱਥ ਲੱਭਦਾ ਨਾ ਕੋਈ ਪੈਰ ਲੱਭਦਾ ਹੈ, ਉਹ ਵੀ ਭੀਮ ਨੇ ਤੋੜ ਕੇ ਸਿੜ ਦਿੱਤੇ ਹਨ। ਬਿਸਮਾਦ ਪਏ ਸਭ ਜਾਣਿਓ ਨਾ ਜਾਏ। ਸਾਰੇ ਲੋਕ ਦੇਖ ਕੇ ਹੈਰਾਨ ਰਹਿੰਦੇ, ਕੋਈ ਸਮਝ ਨਹੀਂ ਆਉਂਦੀ ਵੀ ਇੰਨਾ ਬਲੀ। ਇਹਦੀ ਤਾਂ ਕਹਾਵਤ ਸੀਗੀ ਆਮ ਕਿ 10,000 ਹਾਥੀਆਂ ਜਿੰਨੀ ਇਹਦੇ ਵਿੱਚ ਤਾਕਤ ਹੈ, ਇਹਦੇ ਨਾਲ ਕੌਣ ਲੜ ਸਕਦਾ। ਦ੍ਰੋਪਦੀ ਨੂੰ ਲੈ ਕੇ ਚੱਲਿਆ ਸੀ, ਕਿਸੇ ਵਿੱਚ ਹਿੰਮਤ ਨਹੀਂ ਹੋਈ ਇਸ ਤੋਂ ਦ੍ਰੋਪਦੀ ਨੂੰ ਛਡਾ ਲੈਣ, ਕਿਉਂਕਿ ਤਾਕਤ ਹੀ ਨਹੀਂ, ਸਾਰੇ ਲੋਕਾਂ ਵਿੱਚ ਮਿਲ ਕੇ ਵੀ ਨਹੀਂ ਤਾਕਤ ਨਹੀਂ ਸੀ ਕਿ ਕ੍ਰੀਚਕ ਦਾ ਰਸਤਾ ਰੋਕ ਸਕਦੇ ਜਾਂ ਇਹਨੂੰ ਮਨਾ ਕਰ ਸਕਦੇ ਜਾਂ ਇਹਦਾ ਮੁਕਾਬਲਾ ਕਰ ਸਕਦੇ। ਇਹ ਭਾਣਾ ਇਹਦੇ ਨਾਲ ਕੀ ਵਰਤਿਆ, ਹੱਥ ਪੈਰ ਤੋੜੇ ਪਏ ਆ, ਸਿਰ ਜਿਹੜਾ ਨਾਲੋਂ ਖਾੜਿਆ ਪਿਆ ਹੈ। ਕੌਨੇ ਹਤਿਓ ਯਹ ਹੋ ਤੋ ਬਲੀ ਅਤ। ਕਹਿਣ ਲੱਗੇ ਤੇ ਬਹੁਤ ਵੱਡਾ ਤਾਕਤਵਰ ਸੀ, ਕੌਣ ਮਾਰ ਗਿਆ ਇਸ ਨੂੰ। ਆਯੁਧ ਕੋ ਛਤ ਲਾਗਿਓ ਨਾ ਕੋ। ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਵੀ ਬੰਦੇ ਨੂੰ ਕੋਈ ਮਨੁੱਖ ਮਾਰਦਾ ਤੇ ਹਥਿਆਰ ਦੇ ਨਾਲ ਮਾਰਦਾ। ਇਹਨੂੰ ਤੇ ਕੋਈ ਹਥਿਆਰ ਦੀ ਚੋਟ ਹੀ ਨਹੀਂ ਹੈ। ਜਿਵੇਂ ਸ਼ਲਗਮ ਧਰਤੀ ਵਿੱਚੋਂ ਪੱਟ ਲਈਦਾ ਹੈ, ਇਸ ਤਰ੍ਹਾਂ ਦਾ ਸਿਰ ਧੜ ਨਾਲੋਂ ਪਟਿਆ ਹੋਇਆ। ਜਿਵੇਂ ਗਾਜਰਾਂ ਮੂਲੀਆਂ ਤੋੜ ਦੇਈਦੀਆਂ, ਐਵੇਂ ਹੱਥ ਤੋੜ ਕੇ ਜਿਹੜੇ ਅਲੱਗ ਕੀਤੇ ਹੋਏ ਹੈ। ਲੜਾਈ ਵਾਲਾ ਤਾਂ ਕੋਈ ਨਜ਼ਾਰਾ ਦਿਸਦਾ ਨਹੀਂ ਹੈ। ਫੇਰ ਵਿਚਾਰ ਕਿਉ ਸਭ ਨੈ। ਉਪਰੰਤ ਸਾਰੇ ਲੋਕਾਂ ਨੇ ਮਿਲ ਕੇ ਵਿਚਾਰ ਕੀਤੇ। ਕਹੇ ਸੈਂਦਰੀ ਬਾਣੇ ਭਈ ਸੱਚ ਸੋ। ਕਹਿਣ ਲੱਗੇ ਭਈ ਮਹਾਰਾਣੀ ਦੀ ਜਿਹੜੀ ਨੌਕਰਾਣੀ ਹੈ ਨਾ, ਦਾਸੀ,
ਉਹ ਇਹ ਗੱਲ ਕਹਿੰਦੀ ਹੁੰਦੀ ਸੀ ਵੀ ਮੇਰੇ ਨਾਲ 5 ਗੰਧਰਵਾਂ ਦਾ ਪਹਿਰਾ ਹੈ, ਜਿਹੜਾ ਮੇਰੇ ਵੱਲ ਬੁਰੀ ਨਿਗਾਹ ਨਾਲ ਤੱਕੂਗਾ ਉਹ ਗੰਧਰਵ ਉਹਨੂੰ ਖਤਮ ਕਰ ਦੇਣਗੇ। ਤੇ ਸਾਨੂੰ ਐਂ ਲੱਗਦਾ ਵੀ ਉਹ ਜਿਹੜੀ ਦਾਸੀ ਮਹਾਰਾਣੀ ਦੀ ਉਹਦੀ ਗੱਲ ਸੱਚੀ ਹੋਈ ਹੈ, ਗੰਧਰਵ ਤਾਂਕੇ ਹੋਤੇ ਰਖਵਾਰ। ਕਿਉਂਕਿ ਉਹ ਗੰਧਰਵ ਜਿਹੜੇ ਆ ਉਹ ਦਾਸੀ ਦੀ ਰੱਖਿਆ ਕਰਦੇ। ਅਵਗਿਆ ਬਿਲੋਕ ਕੈ ਮਾਰ ਦਇਓ। ਤੇ ਉਹਨਾਂ ਨੇ ਅਵਗਿਆ ਦੇਖੀ, ਗਲਤੀ ਦੇਖੀ, ਗੁਨਾਹ ਦੇਖਿਆ। ਦਾਸੀ ਦੇ ਨਾਲ ਉਪਦਰਵ ਕਰਨ ਵਾਲਾ ਉਹ ਗੰਧਰਵ ਜਿਹੜੇ ਗੁਪਤ ਰੂਪ ਦੇ ਵਿੱਚ ਰਹਿੰਦੇ ਸੀ, ਉਹੀ ਆਣ ਕੇ ਮਾਰ ਕੇ ਕਰੀਚਕ ਨੂੰ। ਇਹ ਲੋਕਾਂ ਨੇ ਮਨ ਵਿੱਚ ਵਿਚਾਰਿਆ। ਜੋਧ ਲੜੈ ਤਾਂ ਲਗੈ ਅੰਗ ਆਯੁਧ। ਤੇ ਕਹਿਣ ਲੱਗੇ ਜੇ ਕੋਈ ਸੂਰਮਾ ਲੜਦਾ ਇਹਦੇ ਨਾਲ ਤੇ ਇਹਨੂੰ ਕੋਈ ਹਥਿਆਰ ਦੀ ਚੋਟ ਲੱਗਣੀ ਸੀ, ਕੋਈ ਡੰਡਾ, ਕੋਈ ਤਲਵਾਰ, ਕੋਈ ਕੁਹਾੜੀ, ਤੇ ਇਹਨੂੰ ਤੇ ਕੋਈ ਹਥਿਆਰ ਦੀ ਚੋਟ ਹੀ ਨਹੀਂ ਹੈ। ਐਸੇ ਬਨਾਏ ਕਹੈ ਮਿਲ ਸੋ। ਇਸ ਤਰ੍ਹਾਂ ਵਿਚਾਰਾਂ ਲੋਕ ਮਿਲ ਕੇ ਕਰਦੇ ਹਨ। ਦੋਹਰਾ ਭਰਾਤ ਹੋਤੇ ਸਤ ਤਾਹੇ ਕੇ ਕਰਹਿ ਬਿਰਲਾਪ ਪੁਕਾਰ। ਇਹ ਸਾਧ ਸੰਗਤ ਜੀ ਕਰੀਚ ਕੇ ਜਿਹੜਾ ਹੈ ਇਹ 101 ਭਰਾ ਸੀਗੇ। 100 ਭਰਾ ਇਹਦੇ ਬਾਕੀ ਦੇ ਮਿਲ ਕੇ ਰੋਦਨ ਕਰਨ ਲੱਗੇ। ਭੂਖਨ ਯੋਤ ਸ਼ਿੰਗਾਰ ਖਵੈ ਪੀਟਤ ਕਰ ਮੁਖ ਨਾਰ। ਤੇ ਇਸ ਤਰ੍ਹਾਂ ਜਿਹੜੀਆਂ ਇਸਤਰੀਆਂ ਸੀ ਇਹਨਾਂ ਦੀਆਂ ਅੱਗੇ ਭਰਜਾਈਆਂ ਕਰੀਚਕ ਦੀਆਂ ਹਾਰ ਸ਼ਿੰਗਾਰ ਤੋੜ ਦਿੱਤੇ, ਦੁਹੱਥੜਾ ਮਾਰ ਕੇ ਪਿੱਟਣ ਲੱਗੀਆਂ। ਛਾਉ ਪਏ ਸ਼ੋਰ ਪਰਾ ਸਗਰੇ ਪੁਰ ਵੇਚੋ। ਸਾਰੀ ਨਗਰੀ ਦੇ ਵਿੱਚ ਇਹ ਰੌਲਾ ਪੈ ਗਿਆ। ਸੁਨ ਸੁਨ ਆਏ ਊਚ ਆਰ ਨੇਚੋ। ਕੀ ਗਰੀਬ ਕੀ ਅਮੀਰ ਜਿਹੜਾ ਵੀ ਸੁਣਦਾ ਹੈ ਰਾਜੇ ਦਾ ਸਾਲਾ ਮਾਰਿਆ ਗਿਆ, ਪਤਾ ਨਹੀਂ ਲੱਗਦਾ ਕੌਣ ਮਾਰ ਗਿਆ। ਇਸ ਤਰ੍ਹਾਂ ਇਹ ਸੁਣ ਕੇ ਸਭ ਲੋਕ ਇਕੱਠੇ ਹੋਣ ਲੱਗੇ। ਸੋਸਾ ਬੇਲੋਕਤ ਚਕਿਰਤ ਹੋਏ। ਇਸ ਤਰ੍ਹਾਂ ਭੈਣ ਆਈ ਹੈ ਕਰੀਚਕ ਦੀ, ਰਾਜੇ ਦੀ ਰਾਣੀ। ਉਹਨੇ ਵੀ ਦੇਖਿਆ, ਹੈਰਾਨ ਰਹਿ ਗਈ ਦੇਖ ਕੇ ਭਰਾ ਦੀ ਲਾਸ਼ ਨੂੰ। ਗੁਣ ਗਨ ਵਰਣਨ ਕਰ ਕਰ ਰੋਏ। ਆਪਣੇ ਭਰਾ ਦੇ ਗੁਣਾਂ ਨੂੰ ਗਾਇਨ ਕਰ ਕਰਕੇ, ਮੇਰਾ ਭਰਾ ਇੰਨਾ ਸੂਰਮਾ ਸੀ, ਇਸ ਤਰ੍ਹਾਂ ਸੀ ਕਰ ਕਰਕੇ ਰੋਂਦੀ ਦੁਹੱਥੜਾ ਮਾਰ ਕੇ ਰਾਣੀ। ਨਿਰਭੈ ਰੋਇਓ ਜਬ ਮਿਰਤਕ ਦੇਖਾ। ਰਾਜੇ ਨੇ ਦੇਖਿਆ ਤਾਂ ਮਰਿਆ ਪਿਆ ਸਾਲਾ ਮੇਰਾ। ਇਹ ਦੇਖ ਕੇ ਰਾਜਾ ਵੀ ਰੋਇਆ। ਭਇਓ ਨਾਰ ਕੋ ਬ੍ਰੰਦ ਬਿਸ਼ੇਖਾ। ਇਸ ਤਰ੍ਹਾਂ ਇਸਤਰੀਆਂ ਦਾ ਇਕੱਠ ਬਹੁਤ ਵੱਡਾ ਭਾਰੀ ਹੋ ਗਿਆ। ਭਰਾਤ ਦੁਸ਼ਟ ਕੇ ਕੁਮਤ ਵਿਚਾਰੇ। ਇਸ ਤਰ੍ਹਾਂ ਜਿਹੜੇ ਭਰਾ ਸੀਗੇ ਇਸ ਦੇ ਸਾਧ ਸੰਗਤ ਜੀ ਕਰੀਚਕ ਦੇ, ਇਹ ਪਾਪੀ ਇਕੱਠੇ ਹੋਏ ਐ। ਇਹਨਾਂ ਨੇ ਆਪਣੇ ਭਰਾ ਦੀ ਤੇ ਗਲਤੀ ਗੁਨਾਹ ਨਹੀਂ ਵਿਚਾਰਨ ਕੀਤਾ ਵੀ ਸਾਡੇ ਭਰਾ ਨੇ ਗਲਤੀ ਕੀਤੀ, ਇਹ ਕੀ ਭਾਣਾ ਵਰਤਿਆ, ਕੌਣ ਇਹਨੂੰ ਮਾਰ ਗਿਆ। ਪਰ ਇਹਨਾਂ ਨੇ ਹੋਰ ਹੀ ਵਿਚਾਰ ਆਪਣੇ ਮਨ ਵਿੱਚ ਧਾਰਨ ਕਰ ਲਏ। ਕਾਰਨ ਮਾਰਨ ਸੁੰਦਰੇ ਨਾਰੇ। ਕਹਿਣ ਲੱਗੇ ਸਾਡਾ ਭਰਾ ਨਹੀਂ ਸੀ ਮਰਦਾ, ਇਹਦੇ ਮਰਨ ਦਾ ਕਾਰਨ ਸਾਡੀ ਭੈਣ ਦੀ ਜਿਹੜੀ ਦਾਸੀ ਹੈ ਉਹ ਹੈ। ਤੇਹ ਕੋ ਜਾ ਰਹੇਂਗੇ ਇਸ ਸਾਥਾ। ਇਸ ਵਾਸਤੇ 100 ਭਰਾ ਇਕੱਠੇ ਹੋ ਕੇ ਕਰੀਚਕ ਦੇ ਕਹਿਣ ਲੱਗੇ ਇਹਦੇ ਕਾਰਨ ਸਾਡਾ ਭਰਾ ਮਰਿਆ ਹੈ। ਅਸੀਂ ਆਪਣੇ ਭਰਾ ਦਾ ਜਦ ਅੰਤਮ ਸੰਸਕਾਰ ਕਰਾਂਗੇ, ਇਹਨੂੰ ਜਿਉਂਦੀ ਨੂੰ ਨਾਲ ਵਿੱਚ ਅੱਗ ਦੇ ਸਿੱਟ ਦੇਣਾ, ਇਹਨੂੰ ਵੀ ਜਾਲਾਂਗੇ ਨਾਲ। ਕਹਿ ਆਸ ਗਹਿਓ ਦ੍ਰੋਪਦੀ ਹਾਥਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹਨਾਂ ਨੇ ਵਿਚਾਰ ਕਰਕੇ ਦ੍ਰੋਪਦੀ ਨੂੰ ਪਕੜ ਲਿਆ ਵਹਿਰ ਨਗਰ ਤੇ ਚਿਖਾ ਬਣਾਏ। ਅਤੇ ਸ਼ਹਿਰ ਤੋਂ ਬਾਹਰ ਖੁੱਲੀ ਜਗ੍ਹਾ ਤੇ ਕਰੀਚਕ ਦਾ ਸੰਸਕਾਰ ਕਰਨ ਵਾਸਤੇ ਚਿਖਾ ਤਿਆਰ ਕੀਤੇ। ਬਹੁ ਨਰ ਤਹ ਕੋ ਲੈਨ ਉਚਾਏ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤਿਆਂ ਨੇ ਇਕੱਠੇ ਹੋ ਕੇ ਦ੍ਰੋਪਦੀ ਨੂੰ ਵੀ ਨਾਲ ਹੀ ਚੱਕ ਲਿਆ। ਬਿਨ ਰਖਿਆਕ ਗਹਿਕਾਰ ਤੇਹ ਹਾਥਾ। ਸੋ ਅਵਲਾ ਇਸਤਰੀ ਹੈ, ਕੌਣ ਉਹਦਾ ਰਖਵਾਰਾ ਹੈ। ਇਸ ਵਾਸਤੇ ਕਿਸੇ ਨੇ ਨਹੀਂ ਅੱਗੋਂ ਰੋਕਿਆ ਵੀ ਇਹ ਕੀ ਕਰਦੇ ਹੋ ਤੁਸੀਂ, ਇਹਦੀ ਕੀ ਗਲਤੀ ਹੈ। ਸਭ ਨੀਵੀਆਂ ਪਾਈ ਖੜੇ ਐ। ਕਰੀਚਕ ਦੇ ਭਰਾਵਾਂ ਨੇ ਦ੍ਰੋਪਦੀ ਨੂੰ ਚੱਕ ਲਿਆ। ਗਮਨੇ ਲੋਕ ਲਿਏ ਤੇਹ ਸਾਥਾ। ਤੇ ਇਸ ਤਰ੍ਹਾਂ ਦ੍ਰੋਪਦੀ ਨੂੰ ਨਾਲ ਲੈ ਕੇ ਨਾਲ ਹੀ ਕਰੀਚਕ ਦੀ ਲਾਸ਼ ਨੂੰ ਇਕੱਠਿਆਂ ਕਰਕੇ ਚੱਕ ਕੇ ਚੱਲ ਪਏ। ਚੀਨ ਚੀਰ ਮੈਂ ਝਲਕਾ ਦੇਹ। ਵਸਤਰ ਬਰੀਕ ਪਹਿਨੇ ਹੋਏ ਆ ਦ੍ਰੋਪਦੀ ਦੇ। ਦੀਪ ਸ਼ਿਖਾ ਮਦ ਦਰਪਨ ਜਿਹੇ। ਹਾਂਜੀ ਨਾਭ ਰੁਮਾਵਲ ਉਪਮਾ ਪਾਰੇ। ਮਨੋ ਮੇਰ ਪਰ ਜਮਨਾ ਵਾਰੇ। ਲੋਕ ਬਿਲੋਕ ਗਿਰਾ ਅਲਾਏ। ਇਸ ਤਰ੍ਹਾਂ ਸਾਧ ਸੰਗਤ ਜੀ ਦ੍ਰੋਪਦੀ ਦੀ ਹਾਲਤ ਇਹਨਾਂ ਨੇ ਕੀਤੀ ਹੈ। ਆਮ ਲੋਕ ਜਿਹੜੇ ਨਗਰ ਦੇ ਉਹ ਦੇਖ ਕੇ ਇਹ ਗੱਲ ਕਹਿੰਦੇ ਆ ਬਿਨ ਅਪਰਾਧ ਦੇਹੋ ਛੁਰਵਾਏ। ਭਈ ਇਹ ਕੰਮ ਚੰਗਾ ਨਹੀਂ ਹੋਇਆ। ਇਹ ਵਿਚਾਰੀ ਇਸਤਰੀ ਦਾ ਕੀ ਗੁਨਾਹ ਹੈ। ਪਹਿਲਾਂ ਇਹਦੀ ਪਤ ਨੂੰ ਹੱਥ ਪਾਇਆ, ਫਿਰ ਪਤਾ ਨਹੀਂ ਕੌਣ ਮਾਰ ਗਿਆ ਕਰੀਚਕ ਨੂੰ, ਇਹਦੀ ਵੀ ਕੋਈ ਸਮਝ ਨਹੀਂ ਹੈ।
ਤੇ ਬਿਨਾਂ ਦੋਸ਼ ਤੋਂ ਬਿਨਾਂ ਗੁਨਾਹ ਤੋਂ ਉਹਨੂੰ ਗਰੀਬਣੀ ਨੂੰ ਚੱਕ ਕੇ ਕਰੀਚਕ ਦੇ ਨਾਲ ਸਾੜਨ ਲੱਗੇ। ਇਹ ਨਹੀਂ ਹੋਣਾ ਚਾਹੀਦਾ। ਇਸ ਵਾਸਤੇ ਇਹ ਔਰਤ ਨੂੰ ਛਡਾਉਣਾ ਚਾਹੀਦਾ ਹੈ। कोई ना मान है किसको कहनो। ਪਰ ਸੰਗਤ ਜੀ, ਜਦ ਪਾਪ ਸਿਰ ਤੇ ਚੜ੍ਹਦਾ ਹੈ ਨਾ, ਉਸ ਵੇਲੇ ਮਨੁੱਖ ਕਿਸੇ ਦਾ ਬਚਨ ਨਹੀਂ ਮੰਨਦਾ, ਉਹ ਪਾਪ ਕਰਨ ਤੇ ਤੁਲਿਆ ਹੁੰਦਾ। ਜਿਵੇਂ ਮਹਾਰਾਜ ਦੇ ਬਚਨ ਹੈ, ਪਾਪ ਬੁਰਾ ਪਾਪੀ ਕੋ ਪਿਆਰਾ। ਇਹ ਸਾਰੇ ਭਰਾ ਇਹ ਤਾਂ ਸਮਝਦੇ ਨਹੀਂ ਹਨ ਕਿ ਸਾਡੇ ਭਰਾ ਦੀ ਗਲਤੀ, ਇੱਕ ਅਬਲਾ ਇਸਤਰੀ ਨੂੰ ਪਕੜ ਕੇ ਉਹਦੇ ਦੇ ਨਾਲ ਕੋ ਕਰਮ ਕਰਨ ਵਾਸਤੇ ਸਾਰਾ ਕੁਝ ਕੀਤਾ, ਫਿਰ ਇਹਦੀ ਮੌਤ ਕਿਵੇਂ ਹੋਈ ਕੋਈ ਪਤਾ ਨਹੀਂ। ਹੁਣ ਉਸੇ ਨੂੰ ਸਾੜਨ ਵਾਸਤੇ ਇਸ ਤਰ੍ਹਾਂ ਵਿਚਾਰ ਕੀਤੀ ਵੀ ਇਹਨੂੰ ਚੱਕ ਕੇ ਸਾੜ ਦਈਏ। ਪਰ ਉਹ ਜਿਹੜੇ ਬਚਨ ਸਿਆਣੇ ਲੋਕ ਕਹਿੰਦੇ ਇਹਨੂੰ ਛਡਾਈਏ ਨਾ, ਇਹ ਜ਼ੁਲਮ ਹੋਵੇ, ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਕਰੀਚਕ ਮਾਰਨ ਸ਼ੋਕ ਕੀਆ ਦਹਨੋ। ਸਾਰਿਆਂ ਦੇ ਭਰਾਵਾਂ ਦੇ ਮਨ ਵਿੱਚ ਇਹ ਹੈ, ਸਾਡਾ ਭਰਾ ਬੜਾ ਬਲੀ ਸੀਗਾ ਤੇ ਉਹ ਮਰ ਗਿਆ ਹੈ, ਉਸੇ ਦਾ ਦੁੱਖ ਮੰਨੀ ਜਾਂਦੇ ਹੈ ਤੇ ਉਹਦਾ ਦੋਸ਼ ਗੁਨਾਹ ਸਾਰਾ ਹੀ ਦ੍ਰੋਪਦੀ ਦੇ ਸਿਰ ਤੇ ਮੜੀ ਜਾਂਦੇ ਹੈ। ਬਿਲ ਪੈ ਬਹੁਤ ਮਿਲੇ ਨਰ ਨਾਰੇ। ਇਸ ਤਰ੍ਹਾਂ ਬੜੇ ਲੋਕ ਇਕੱਠੇ ਹੋ ਕੇ ਰੋਂਦੇ ਪਿੱਟਦੇ ਹਨ ਕਰੀਚਕ ਦੀ ਮੌਤ ਤੇ। ਭਇਓ ਦ੍ਰੋਪਦੀ ਕੋ ਦੁਖ ਪਾਰੇ। ਇਧਰ ਦ੍ਰੋਪਦੀ ਵੀ ਵਿਚਾਰੀ ਦੁਖਿਆਰੀ ਦੁਖੀ ਹੋ ਰਹੀ ਹੈ। ਗਹੇ ਹਾਥ ਤੇ ਵਿਆਕੁਲ ਹੋਏ। ਭਰਾਵਾਂ ਨੇ ਕਰੀਚਕ ਦਿਆਂ ਨੇ ਹੱਥਾਂ ਤੋਂ ਪਕੜੀ ਹੋਈ ਦ੍ਰੋਪਦੀ ਦੁਖੀ ਹੋ ਰਹੀ ਹੈ। ਰੱਖਿਆ ਦੇਖਿਓ ਨਿਕਟ ਨਾ ਕੋਏ। ਕਿਉਂਕਿ ਦ੍ਰੋਪਦੀ ਨੇ ਦੇਖਿਆ ਮੇਰੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੈ, ਇਹ ਜ਼ਾਲਮ ਦੇ ਨਾਲ ਮੈਨੂੰ ਜਿਉਂਦੀ ਨੂੰ ਸਾੜ ਦੇਣਗੇ, ਇਹ ਭੈ ਮਨ ਵਿੱਚ ਆ ਰਿਹਾ ਹੈ। ਰੋਦਨ ਕਰਤ ਨੈਣ ਝਲ ਕਾਹੇ। ਇਸ ਤਰ੍ਹਾਂ ਦ੍ਰੋਪਦੀ ਉੱਚੀ ਉੱਚੀ ਰੋਣ ਲੱਗੀ। ਮਨੋ ਮੀਨ ਦਵੈ ਜਲ ਕੇ ਮਾਹੇ। ਇਸ ਤਰ੍ਹਾਂ ਸਾਧ ਸੰਗਤ ਜੀ ਵਰਲਾਪ ਨੇਤਰਾਂ ਵਿੱਚੋਂ ਜਲ ਜਾ ਰਿਹਾ ਹੈ, ਜਿਵੇਂ ਮੱਛੀ ਪਾਣੀ ਦੇ ਵਿੱਚ ਹੁੰਦੀ ਹੈ। ਸੂਕੇ ਆਧਰ ਬੋਲ ਨਹਿ ਆਵਤ। ਬੁੱਲ ਸੁੱਕ ਗਏ ਦੁੱਖ ਦੇ ਵਿੱਚ ਡਰਦੀ ਹੋਈ ਤੇ ਮੂੰਹ ਤੋਂ ਡਰਦੀ ਹੋਈ ਤੋਂ ਕੋਈ ਬੋਲ ਵੀ ਨਹੀਂ ਬੋਲਿਆ ਜਾਂਦਾ। ਬਿਥਰੇ ਕੇਸ ਤਰਾਸ ਬਹੁ ਪਾਵਤ। ਬਹੁਤ ਜ਼ਿਆਦੀ ਡਰੀ ਹੋਈ ਦ੍ਰੋਪਦੀ, ਕੇਸ ਖਿਲਰੇ ਹੋਏ ਆ ਦ੍ਰੋਪਦੀ ਦੇ। ਸੁਧ ਨਾ ਸੰਭਾਰਨ ਸੇਸ ਪਿਛੋਰੇ। ਇਸ ਤਰ੍ਹਾਂ ਸਾਧ ਸੰਗਤ ਜੀ ਕੋਈ ਸੁੱਧ ਨਹੀਂ ਹੈ। ਬਾਲਾਂ ਤੋਂ ਪਕੜੀ, ਕਿਸੇ ਨੇ ਬਾਹਾਂ ਤੋਂ ਪਕੜੀ ਹੈ, ਲਿਜਾ ਕੇ ਚਿਖਾ ਦੇ ਵਿੱਚ ਸਿੱਟਣ ਵਾਸਤੇ ਘੜੀਸੀ ਜਾ ਰਹੇ ਆ ਦ੍ਰੋਪਦੀ ਨੂੰ। ਗਮਨੇ ਸਰਬ ਭੀਮ ਗ੍ਰਹਿ ਓਰੇ। ਤੇ ਇਧਰ ਕੁਝ ਲੋਕ ਜਿਹੜੇ ਆ ਉਹ ਭੀਮ ਦੇ ਘਰੇ ਗਏ। ਸੁਨਿਓ ਸ਼ਰੋਨ ਮਹਿ ਸ਼ੋਰ ਬਿਸਾਲਾ। ਇਹ ਰੌਲਾ ਪੈਂਦਾ ਜਿਸ ਵੇਲੇ ਸੁਣਿਆ ਭੀਮ ਨੇ। ਉਠਿਓ ਨੀਂਦ ਤਜ ਕਰ ਤੇਹ ਕਾਲਾ। ਰਾਤ ਤੇ ਉਹ ਜੰਗ ਕਰਦਾ ਰਿਹਾ ਸੀਗਾ, ਪਹਿਰ ਰਾਤ ਹੀ ਰਹਿੰਦਿਆਂ ਸੁੱਤਾ ਹੈਗਾ। ਰੌਲਾ ਸੁਣ ਕੇ ਭੀਮ ਉੱਠਿਆ। ਦੇਖ ਪੰਚਾਲੀ ਕੋ ਅਕੁਲਾਵਾ। ਅੱਗੇ ਕੀ ਦੇਖਦਾ ਹੈ, ਉਹ ਜਿਹੜੀ ਦ੍ਰੋਪਦੀ ਹੈ, ਕਿਸੇ ਨੇ ਉਹਨੂੰ ਬਾਹਾਂ ਤੋਂ ਪਕੜਿਆ, ਕਿਸੇ ਨੇ ਵਾਲਾਂ ਤੋਂ ਪਕੜਿਆ, ਖਿੱਚੀ ਜਾਂਦੇ ਹੈ। ਜੇ ਕੋ ਬਦਨ ਕਮਲ ਕੁਮਲਾਵਾ। ਤੇ ਚਿਹਰਾ ਜਿਹੜਾ ਹੈ ਬਹੁਤ ਉਤਰਿਆ ਹੋਇਆ ਦ੍ਰੋਪਦੀ ਦਾ, ਬਹੁਤ ਭੈ ਭੀਤ ਹੋਈ ਹੈ। ਨੈਣ ਸੈਨ ਦੇਨੇ ਸਮਝਾਏ। ਤੇ ਇਧਰ ਭੀਮ ਨੇ ਜਾ ਕੇ ਦ੍ਰੋਪਦੀ ਨੂੰ ਅੱਖਾਂ ਦੇ ਨਾਲ ਇਸ਼ਾਰਾ ਕਰਕੇ ਸਮਝਾ ਦਿੱਤਾ। ਮੈਂ ਆਵਾਂ ਤਵ ਕਰੋ ਸਹਾਏ। ਕਿ ਦ੍ਰੋਪਦੀ ਤੂੰ ਚਿੰਤਾ ਨਾ ਕਰ, ਜਿਵੇਂ ਰਾਤ ਭਾਣਾ ਵਰਤਿਆ ਤੇਰੀ ਰੱਖਿਆ ਸ੍ਰੀ ਭਗਵਾਨ ਜੀ ਨੇ ਕੀਤੀ, ਹੁਣ ਵੀ ਉਹ ਕਰਨਗੇ। ਮੈਂ ਆਵਾਂਗਾ ਤੈਨੂੰ ਬਚਾਵਾਂਗਾ। ਨੇਤਰਾਂ ਨਾਲ ਹੀ ਸਾਰੀ ਗੱਲ ਕਰ ਗਿਆ ਭੀਮ। ਪੁੱਛਕ ਦ੍ਰੋਪਦੀ ਧੀਰਜ ਧਰਿਓ। ਇਹ ਭੀਮ ਦਾ ਇਸ਼ਾਰਾ ਸਮਝ ਕੇ ਕੁਛ ਕੁ ਹੌਸਲਾ ਹੋਇਆ ਦ੍ਰੋਪਦੀ ਨੂੰ। ਬਹਿਤ ਨਦੀ ਜਨ ਹਾਥ ਪਕੜਿਓ। ਇਹ ਜਿਹਾ ਮਨ ਨੂੰ ਹੌਸਲਾ ਹੋਇਆ ਜਿਵੇਂ ਕੋਈ ਨਦੀ ਵਿੱਚ ਰੁੜਦਾ ਜਾਂਦਾ ਹੋਵੇ, ਕੋਈ ਆਸਰਾ ਨਾ ਲੱਭੇ ਤੇ ਝੱਟ ਦੇਣੀ ਕੋਈ ਪ੍ਰਗਟ ਹੋ ਜਾਵੇ ਤੇ ਰੁੜਦੇ ਜਾਂਦੇ ਨੂੰ ਬਾਹੋਂ ਫੜ ਕੇ ਨਦੀ ਵਿੱਚੋਂ ਬਾਹਰ ਕੱਢ ਲਵੇ, ਐਉਂ ਆਸਰਾ ਮਿਲਿਆ ਦ੍ਰੋਪਦੀ ਨੂੰ। ਛਿਤਾ ਹੋਤੇ ਜਹ ਗਮਨੇ ਸਭ ਹੈ। ਉਹ ਜਿੱਥੇ ਚਿਖਾ ਬੜੀ ਹੋਈ ਸੀ ਸਾਰੇ ਉੱਥੇ ਪਹੁੰਚ ਗਏ। ਬੜੋ ਬਿਰੰਦ ਭਾ ਲੋਕਨ ਤਬ ਹੈ। ਬਹੁਤ ਲੋਕਾਂ ਦਾ ਭਾਰੀ ਇਕੱਠ ਹੈ, ਨਾਲ ਚੁੱਕੀ ਹੋਈ ਹੈ ਲਾਸ਼ ਕਰੀਚਕ ਦੀ। ਭੀਮ ਸੈਨ ਕਰ ਬੇਖ ਕੋ ਢਾਲੇ। ਇਸ ਤਰ੍ਹਾਂ ਸਾਧ ਸੰਗਤ ਜੀ ਭੀਮ ਜਿਹੜੇ ਲਾਂਗਰੀ ਬਣ ਕੇ ਆਪਣਾ ਜੀਵਨ ਬਤੀਤ ਕਰ ਰਹੇ ਸੀ 1 ਸਾਲ ਦਾ ਸਮਾਂ, ਉਹਨਾਂ ਨੇ ਆਪਣਾ ਸਰੂਪ ਜਿਹੜਾ ਹੈ ਉਹ ਬਦਲਣਾ ਕੀਤਾ। ਫਾਂਦਿਓ ਕੋਟ ਮਾਰ ਕਰ ਛਾਲੇ। ਤੇ ਐਂ ਸਰੂਪ ਬਦਲ ਕੇ ਛਾਲ ਮਾਰ ਕੇ ਕਿਲੇ ਤੋਂ ਬਾਹਰ, ਦਰਵਾਜ਼ਿਓਂ ਨਹੀਂ ਨਿਕਲੇ, ਛਾਲ ਮਾਰ ਕੇ ਕਿਲੇ ਦੀ ਕੰਧ ਟੱਪ ਗਏ। ਇੰਨਾ ਬਲ ਸੀ ਭੀਮ ਦੇ ਵਿੱਚ।
ਗਇਓ ਵਿਸਾਲ ਉਜਾਰ ਮਝਾਰਾ। ਅਤੇ ਉਹ ਜਿੱਥੇ ਉਜਾੜ ਲੋਕਾਂ ਦਾ ਇਕੱਠ ਬਾਹਰ ਸ਼ਹਿਰ ਤੋਂ ਹੋਇਆ ਭੀਮ ਉੱਥੇ ਪਹੁੰਚ ਗਿਆ। ਸ਼ੋਸ਼ਕ ਬੇਰਖ ਇੱਕ ਹਾਥ ਉਖਾਰਾ। ਤੇ ਰਸਤੇ ਦੇ ਵਿੱਚ ਜਾਂਦਿਆਂ ਇੱਕ ਸੁੱਕਾ ਦਰਖਤ ਖੜਾ ਹੋਇਆ ਸੀਗਾ, ਉਹਨੂੰ ਮਾਰ ਕੇ ਹੁਜਕਾ ਧਰਤੀ ਤੋਂ ਪੱਟ ਲਿਆ। ਕ੍ਰੋਧ ਧਾਰ ਕਰ ਮੁਰਿਓ ਬਾਹੋਰੇ। ਤੇ ਬਹੁਤ ਗੁੱਸੇ ਦੇ ਵਿੱਚ ਭੀਮ ਜਿਹੜਾ ਹੈ, ਜਿੱਥੇ ਕ੍ਰੀਚਕ ਦੇ ਸਾੜਨ ਦੀ ਤਿਆਰੀ ਕੀਤੀ, ਚਿਖਾ ਬਣਾਈ ਹੈ, ਉਧਰ ਨੂੰ ਆ ਗਿਆ। ਆਇਓ ਤੋਰਤ ਹੁਤੇ ਜਹ ਠਾਉਰੇ। ਤੇ ਜਿੱਥੇ ਇਹ ਸਾਰੇ ਇਕੱਠੇ ਹੋਏ ਸੀਗੇ, ਉੱਥੇ ਪਹੁੰਚ ਗਿਆ ਭੀਮ ਸੁੱਕਾ ਦਰਖਤ ਹੱਥ ਵਿੱਚ ਪਕੜ ਕੇ। ਦਾਰੁਨ ਬੇਖ ਅਰਿਨ ਕੋ ਮਾਰਨ। ਤੇ ਬਹੁਤ ਭਿਆਨਕ ਸਰੂਪ ਧਾਰਨ ਕੀਤਾ ਹੋਇਆ ਹੈ ਭੀਮ ਨੇ। ਆਉਂਦਿਆਂ ਹੀ ਉਸ ਨੇ ਸੁੱਕੇ ਰੁੱਖ ਦੇ ਨਾਲ ਹਮਲਾ ਕਰ ਦਿੱਤਾ। ਪੰਚਾਲੀ ਕੇ ਪ੍ਰਾਨ ਉਬਾਰਨ। ਉਹ ਆਪਣੀ ਧਰਮ ਸਪਤਨੀ ਨੂੰ ਬਚਾਉਣ ਵਾਸਤੇ ਭੀਮ ਨੇ ਇਹ ਉਪਰਾਲਾ ਕੀਤਾ ਹੈ। ਜਾਏ ਸਮੇਪੰ ਦੇਨ ਦਿਖਾਏ। ਤੇ ਜਾ ਕੇ ਸਾਹਮਣੇ ਦਿਖਾਲੀ ਦਿੱਤੀ ਭੀਮ ਨੇ। ਦ੍ਰੋਪਦੇ ਊਚੇ ਗਿਰਾ ਅਲਾਏ। ਅਤੇ ਉੱਚੀ ਦੇਣੀ ਆਵਾਜ਼ ਹੋਈ, ਗੰਧਰਵ ਜੋ ਮੇਰੋ ਰਖਵਾਰੇ। ਉਹ ਕੀ ਕਹਿੰਦੀ ਦ੍ਰੋਪਦੀ, ਜਦ ਦੇਖਿਆ ਨਾ ਭੀਮ ਨੂੰ ਆਏ ਹੋਏ ਨੂੰ, ਉੱਚੀ ਆਵਾਜ਼ ਵਿੱਚ ਚਾਉ ਨਾਲ ਕਹਿਣ ਲੱਗੀ, ਉਹ ਜਿਹੜੇ ਗੰਧਰਵ ਮੇਰੀ ਰੱਖਿਆ ਕਰਦੇ ਐ। ਸੋ ਆਇਓ ਤੁਮ ਲਿਹੋ ਨਿਹਾਰੇ। ਉਹ ਪੰਜਾਂ ਵਿੱਚੋਂ ਇੱਕ ਹੀ ਆਇਆ ਹੈ, ਮੇਰੇ ਨਾਲ ਤਾਂ ਪੰਜ ਰਹਿੰਦੇ ਆ, ਪਰ ਅੱਜ ਇੱਕ ਆਇਆ, ਦੇਖ ਲਓ ਆਪਣੀਆਂ ਅੱਖਾਂ ਨਾਲ, ਮੇਰੀ ਰੱਖਿਆ ਕਰਨ ਵਾਲਾ ਆ ਗਿਆ ਹੈ। ਭਾਜ ਜਾਹੋ ਮੁਝ ਕੋ ਦੇਹੋ ਛੋਰੇ। ਜੇ ਜਾਨ ਬਚਾਉਣੀ ਚਾਹੁੰਦੇ ਹੋ ਨਾ, ਮੈਨੂੰ ਛੱਡ ਕੇ ਭੱਜ ਜਾਵੋ। ਨਾ ਤਰਹਨ ਸਭਨ ਇਹ ਠਾਉਰੇ। ਤੇ ਜੇ ਨਹੀਂ ਤੇ ਉਹ ਗੰਧਰਵ ਤੁਹਾਨੂੰ ਸਾਰਿਆਂ ਨੂੰ ਮਾਰ ਦੇਵੇਗਾ। ਐਂ ਉੱਚੀ ਆਵਾਜ਼ ਵਿੱਚ ਦ੍ਰੋਪਦੀ ਨੇ ਕਿਹਾ। ਸੋਨ ਬਾਨੇ ਕੋ ਦੇਖਣ ਲਾਗੇ। ਕੀ ਜਿਸ ਵੇਲੇ ਦ੍ਰੋਪਦੀ ਦੇ ਬੋਲ ਸੁਣੇ ਤੇ ਸਾਰੇ ਵੇਖਣ ਲੱਗੇ। ਦਾਰੁਨ ਬੇਖ ਲਖਿਓ ਸਭ ਪਾਗੇ। ਭਿਆਨਕ ਸਰੂਪ ਧਾਰਨ ਕੀਤਾ ਹੋਇਆ ਭੀਮ ਨੇ, ਜਿਹਦੇ ਨਾਲ ਕੋਈ ਪਛਾਣਿਆ ਨਾ ਜਾਵੇ। ਭਿਆਨਕ ਸਰੂਪ ਨੂੰ ਦੇਖ ਕੇ ਬਹੁਤੇ ਲੋਕ ਡਰਦੇ ਹੋਏ ਭੱਜ ਗਏ। ਕੋ ਨਹਿ ਕਾਹੋਂ ਸੰਗ ਬੁਲਾਏ। ਕੋਈ ਇਹੋ ਜਿਹੇ ਵੀ ਸੀਗੇ ਵੀ ਜਿਹੜੇ ਭੀਮ ਤੋਂ ਡਰਦੇ ਹੋਏ ਭੱਜੇ ਨਹੀਂ ਹਨ। ਚਾਹਤ ਆਪਣੇ ਪ੍ਰਾਨ ਬਚਾਏ। ਤੇ ਕਈ ਭੱਜ ਗਏ ਜਾਨ ਬਚਾ ਕੇ, ਤੇ ਕਈ ਅੜੇ ਰਹੇ। ਤਾਇਓ ਭੀਮ ਸੈਨ ਰੇਸ ਪਾਰੇ। ਇਹਨਾਂ ਨੂੰ ਖਲੋਤਿਆਂ ਹੋਇਆਂ ਨੂੰ ਦੇਖ ਕੇ ਭੀਮ ਬਹੁਤ ਗੁੱਸੇ ਦੇ ਵਿੱਚ ਆਇਆ। ਘੇਰੇ ਸਭ ਹੀ ਜਾਏ ਅਗਾਰੇ। ਤੇ ਅੱਗੋਂ ਦੀ ਹੋ ਕੇ ਸਾਰਿਆਂ ਨੂੰ ਘੇਰ ਲਿਆ ਭੀਮ ਨੇ। ਸਹਿਜ ਭਰਾਤ ਕੁਛ ਭਟਨ ਸਮੇਤਾ। ਇਹ ਜਿਹੜੇ ਕ੍ਰੀਚਕ ਦੇ 100 ਭਰਾ ਸੀਗੇ, ਇਹਨਾਂ ਦੇ ਨਾਲ ਕੁਝ ਕਿ ਇਹਨਾਂ ਦੇ ਰਖਵਾਲੇ ਵੀ ਸਨ। ਤਬ ਸਨਮੁਖ ਆਏ ਰਣ ਹੇਤਾ। ਇਹ ਭੀਮ ਦੇ ਨਾਲ ਜੰਗ ਕਰਨ ਵਾਸਤੇ ਆਏ ਹਨ। ਹਥਿਆਰਨ ਕੇ ਕਰਹਿ ਪ੍ਰਹਾਰਾ। ਆਣ ਕੇ ਭੀਮ ਦੇ ਉੱਪਰ ਆਪਣੇ ਹਥਿਆਰ ਇਹਨਾਂ ਨੇ ਚਲਾਏ। ਮਾਰਹੁ ਮਾਰਹੁ ਸਭਨ ਪੁਕਾਰਾ। ਸਾਰੇ ਰੌਲਾ ਪਾਉਣ ਲੱਗੇ ਵੀ ਇਹ ਇਕੱਲਾ ਕੀ ਕਰ ਲਵੇਗਾ, ਪਕੜ ਕੇ ਮਾਰੋ ਇਸ ਨੂੰ। ਰਿਸਿਓ ਵਿਸਾਲ ਲਾਲ ਕਰ ਨੈਣਾ। ਭੀਮ ਨੂੰ ਬਹੁਤ ਗੁੱਸਾ ਆਇਆ, ਨੇਤਰ ਲਾਲ ਕੀਤੇ ਹੋਏ ਹਨ ਗੁੱਸੇ ਵਿੱਚ। ਮਾਰ ਬੇਰਖ ਪਠ ਏ ਜਮ ਐਨਾ। ਜਿਹੜੇ ਅੱਗੇ ਮਾਰੋ ਮਾਰ ਕਰਦੇ ਆਏ, ਮਾਰ ਮਾਰ ਸੁੱਕਾ ਦਰਖਤ ਸਾਰੇ ਮਾਰ ਦਿੱਤੇ। ਕਿਰਿਚਕ ਭਰਾਤ ਸਰਬ ਤਹਿ ਮਾਰੇ। ਇਸ ਤਰ੍ਹਾਂ ਸਾਧ ਸੰਗਤ ਜੀ 100 ਭਰਾ ਸੀ ਕ੍ਰੀਚਕ ਦਾ, ਸਾਰੇ ਹੀ ਮਾਰ ਦਿੱਤੇ। ਕੁਛਕ ਸੁਭਟ ਕੋ ਦੇਨ ਸੰਘਾਰੇ। ਕਈ ਸੂਰਮੇ ਜਿਹੜੇ ਨਾਲ ਸੀ ਫੌਜ ਦੇ, ਉਹ ਵੀ ਮਾਰ ਦਿੱਤੇ ਭੀਮ ਨੇ। ਬਹੁਰੋ ਗਇਓ ਉਜਾਰ ਮਝਾਰਾ। ਉਪਰੰਤ ਉਹ ਜਿੱਥੇ ਉਜਾੜ ਇਲਾਕਾ ਸੀ, ਉੱਥੇ ਭੀਮ ਗਿਆ। ਆਪਨੋ ਵੇਖ ਸਰਬ ਤਨ ਧਾਰਾ। ਅਤੇ ਉਜਾੜ ਦੇ ਵਿੱਚ ਜਾ ਕੇ ਜਿਹੜਾ ਸਰੂਪ ਧਾਰਨ ਕਰਕੇ ਆਇਆ ਸੀਗਾ, ਡਰਾਉਣਾ ਸਰੂਪ, ਭਿਆਨਕ ਸਰੂਪ, ਉਹ ਬਦਲ ਲਿਆ। ਦਹਨ ਗਏ ਇੱਕ ਕ੍ਰਿਚਕ ਹੇਤਾ। ਇੱਕ ਕ੍ਰੀਚਕ ਦਾ ਸੰਸਕਾਰ ਕਰਨ ਵਾਸਤੇ ਗਏ ਸੀਗੇ, ਜਰਿਓ ਤਾਹਾਂ ਸ਼ਤ ਭਰਾਤ ਸਮੇਤਾ। ਤੇ ਇੱਕ ਕ੍ਰੀਚਕ ਨੂੰ ਫੂਕਦੇ ਹੋਏ ਦ੍ਰੋਪਦੀ ਦੀ ਬੇਪਤੀ ਕਰਦੇ ਨਾਲ ਲੈ ਕੇ ਗਏ ਸਾੜਨ ਵਾਸਤੇ। ਦ੍ਰੋਪਦੀ ਨੂੰ ਸਾੜਦੇ ਆਪ ਹੀ 100 ਭਰਾ ਦੇ ਨਾਲ ਸੜ ਗਏ। ਇਸ ਪ੍ਰਕਾਰ ਇਹ ਹੁਤੋ ਪ੍ਰਸੰਗਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਭਾਵੀ ਬੀਤੀ ਹੈ। ਸ਼ਰੋਤਾ ਸੁਨਹੁ ਹਿਰਦੈ ਸ ਉਮੰਗਾ। ਸੇ ਗੁਰੂ ਕੇ ਪਿਆਰਿਓ ਗੁਰ ਸਿੱਖੋ, ਇਹ ਕਹਾਣੀ ਗੁਰਬਾਣੀ ਦੁਆਰਾ ਸਤਿਗੁਰਾਂ ਨੇ ਪ੍ਰਗਟ ਕੀਤੀ ਹੈ ਤੇ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਬਖਸ਼ਿਸ਼ ਕੀਤੀ ਹੈ
ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੀ ਹੈ। ਹੋਤੇ ਸਮਰਥ ਸਰਬ ਬੇਦ ਜੋਏ। ਕਿਉਂਕਿ ਜਿਹੜੇ ਹਰ ਤਰ੍ਹਾਂ ਦੇ ਨਾਲ ਸਮਰੱਥ ਸੀ, ਜਿਨ੍ਹਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਸੀ, ਗਏ ਕੂਚ ਕਰ ਰਹਿਓ ਨਾ ਕੋਏ। ਉਹ ਵੀ ਇਸ ਦੁਨੀਆ ਤੋਂ ਕੂਚ ਕਰਕੇ ਚਲੇ ਗਏ। ਮੌਤ ਨੂੰ, ਕਾਲ ਨੂੰ ਪਾਵੇ ਨਾਲ ਬੰਨਣ ਵਾਲੇ ਰਾਵਣ ਵਰਗੇ ਨਹੀਂ ਰਹੇ ਹਨ ਇੱਥੇ। ਰਾਮਚੰਦਰ ਜਿਹੜੇ ਸਮੇਂ ਦੇ ਅਵਤਾਰ ਸੀਗੇ, ਬਰਮਾ ਜੀ ਦੇ, ਵਿਸ਼ਨੂੰ ਜੀ ਦੇ ਅਵਤਾਰ ਹੋਏ ਹੈ, ਉਹ ਨਹੀਂ ਰਹੇ। ਕ੍ਰਿਸ਼ਨ ਜੀ ਨਹੀਂ ਰਹੇ। ਸੋ ਜਿਨ੍ਹਾਂ ਦਾ ਨਾਮ ਪਿੱਛੇ ਇਤਿਹਾਸ ਦੇ ਵਿੱਚ ਆਏ ਹੈ, ਉਹ ਕੋਈ ਵੀ ਨਹੀਂ ਰਿਹਾ ਤੇ ਨਾ ਗਾਂ ਹੀ ਕਿਸੇ ਨੇ ਰਹਿਣਾ। ਸਾਧ ਸੰਗਤ ਜੀ, ਜਿਵੇਂ ਨਦੀ ਦਾ ਜਲ ਤੁਰਿਆ ਜਾਂਦਾ ਹੈ, ਪਿੱਛੋਂ ਪਹਾੜਾਂ ਤੋਂ ਨਿੱਕੇ ਨਿੱਕੇ ਚਸ਼ਮੇ ਨਿਕਲਦੇ ਆ, ਨਾਲੇ ਬਣਦੇ ਆ, ਇਕੱਤਰ ਹੋ ਕੇ ਨਦੀ ਦਾ ਸਰੂਪ ਧਾਰਨ ਕਰ ਲੈਂਦੇ ਆ। ਉਹ ਨਦੀ ਫਿਰ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੀ ਹੈ। ਸਮੁੰਦਰ 'ਚੋਂ ਫਿਰ ਪਾਣੀ ਜਿਹੜਾ ਹੈ ਛੱਲਾਂ ਵੱਜ ਕੇ ਵਾਸ਼ਪੀਕਰਨ ਬਣ ਕੇ ਉੱਡਦਾ ਹੈ, ਫਿਰ ਪਹਾੜਾਂ 'ਤੇ ਟਕਰਾਉਂਦਾ, ਫਿਰ ਮੀਂਹ ਪੈਂਦਾ, ਫਿਰ ਉਹੀ ਨਾਲੇ ਚਸ਼ਮੇ ਬਣ ਕੇ ਫਿਰ ਇਸੇ ਤਰ੍ਹਾਂ ਸੰਸਾਰ ਦੀ ਮਰਜ਼ਾਦਾ ਹੈ। ਗਰੀਬ ਨਵਾਜ ਕਹਿੰਦੇ ਇੱਥੇ ਥਿਰ ਕੋਈ ਨਹੀਂ ਰਿਹਾ, ਨਾ ਕਿਸੇ ਨੇ ਰਹਿਣਾ ਹੈ। ਜਿਨ ਕੋ ਗਿਆਨ ਪਾਇਓ ਔਰ ਮਾਹੇ। ਜਿਨ੍ਹਾਂ ਦੇ ਮਨ ਵਿੱਚ ਇਸ ਗੱਲ ਦਾ ਗਿਆਨ ਹੈ, ਸਦਾ ਸੁਖੇ ਤਿਨ ਕੋ ਦੁਖ ਨਾਹੇ। ਉਹ ਸਦਾ ਹੀ ਸੁਖੀ ਰਹਿੰਦੇ, ਉਹਨਾਂ ਨੂੰ ਕਦੀ ਦੁੱਖ ਨਹੀਂ ਹੈ। ਕਿਉਂਕਿ ਨਾ ਤੇ ਉਹ ਕਿਸੇ ਮੋਹ ਦੇ ਵਿੱਚ ਪੈਂਦੇ, ਉਹਨਾਂ ਨੂੰ ਪਤਾ ਵੀ ਅਸੀਂ ਇੱਕ ਦਿਨ ਇਹ ਛੱਡ ਕੇ ਚਲੇ ਜਾਣਾ ਹੈ। ਨਾ ਕਿਸੇ ਨਾਲ ਈਰਖਾ ਕਰਦੇ ਆ, ਨਾ ਝਗੜਾ ਕਰਦੇ ਆ, ਨਾ ਲੜਾਈਆਂ ਕਰਦੇ ਆ, ਨਾ ਉਪਦਰਵ ਕਰਦੇ, ਨਾ ਚੁਗਲੀ ਨਿੰਦਿਆ ਕਰਦੇ। ਉਹ ਪਰਮੇਸ਼ਵਰ ਦੇ ਭਾਣੇ ਦੇ ਵਿੱਚ ਪ੍ਰਸੰਨ ਰਹਿੰਦੇ, ਉਹ ਸਦਾ ਵਾਸਤੇ ਸੁਖੀ ਹਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਪਾਂਡਵਨ ਪ੍ਰਸੰਗ ਵਰਣਨੰ ਨਾਮ 24ਵਾਂ ਅਧਿਆਇ। ਉਤਰਾਰਧ ਦੇ 24ਵਾਂ ਅਧਿਆਇ ਸਾਧ ਸੰਗਤ ਜੀ ਸਮਾਪਤ ਹੋਇਆ ਨਾਨਕ ਪ੍ਰਕਾਸ਼ ਦਾ। ਅੱਗੇ 25ਵਾਂ ਅਧਿਆਇ ਜਿਹੜਾ ਹੈ ਉਹ ਆਰੰਭ ਹੋ ਰਿਹਾ ਹੈ। ਦੋਹਰਾ ਬ੍ਰਹਮ ਗਿਆਨ ਜਿਨ ਕੇ ਹਿਰਦੈ ਜਾਣਿਓ ਸਹਿਜ ਸਰੂਪ। ਅੱਗੇ ਮੰਗਲ ਕਰਦੇ ਹੈ ਉਹਨਾਂ ਮਹਾਤਮਾ ਜਨਾਂ ਦਾ, ਮਹਾਂਪੁਰਖਾਂ ਦਾ, ਜਿਨ੍ਹਾਂ ਨੂੰ ਬ੍ਰਹਮ ਦਾ ਗਿਆਨ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਦਾ ਗਿਆਨ ਹੈ, ਜਿਨ੍ਹਾਂ ਨੂੰ ਸਚਾਈ ਦਾ ਗਿਆਨ ਹੈ ਵੀ ਸੱਚ ਕੀ ਹੈ। ਉਹ ਜਿਹੜੇ ਮਹਾਂਪੁਰਖ ਹਨ, ਜਿਨ੍ਹਾਂ ਦੇ ਅੰਤਰ ਆਤਮੇ ਦੇ ਵਿੱਚ ਪਰਮੇਸ਼ਵਰ ਨੇ ਇਹ ਗਿਆਨ ਦਾ ਬਹੁਤ ਵੱਡਾ ਪ੍ਰਕਾਸ਼ ਕੀਤਾ ਹੋਇਆ, ਅਨੇਕਾਂ ਹੀ ਜੋਤਾਂ ਗਿਆਨ ਦੀਆਂ ਜਗਾਈਆਂ ਹੋਈਆਂ ਖੰਡ। ਜਾਣਿਓ ਸਹਿਜ ਸਰੂਪ। ਅਤੇ ਉਹ ਗਿਆਨ ਦੇ ਪ੍ਰਕਾਸ਼ ਦੇ ਨਾਲ ਸਹਿਜ ਸਰੂਪ ਨੂੰ, ਸੁਤੇ ਪ੍ਰਕਾਸ਼ ਜਿਹੜਾ ਅਕਾਲ ਪੁਰਖ ਨਿਰੰਕਾਰ ਹੈ, ਉਹਦੇ ਸਰੂਪ ਨੂੰ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਜਾਣ ਲਿਆ ਹੈ। ਘਟ ਘਟ ਮੇ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਜੇ ਉਹਨਾਂ ਨੇ ਸਾਰਿਆਂ ਘਟਾਂ ਵਿੱਚ ਵੇਖਿਆ ਤਾਂ ਹੀ ਪੁਕਾਰ ਕੇ ਕਹਿ ਰਹੇ ਨਾ, ਸਾਰਿਆਂ ਦੇ ਹਿਰਦੇ ਵਿੱਚ ਉਹ ਵਸਦਾ ਹੈ। ਤਿਨ ਕੇ ਪਦ ਪਰ ਬੰਦਨਾ ਉਚਰੋਂ ਕਥਾ ਅਨੂਪ। ਐਸੇ ਮਹਾਤਮਾ ਜਨ ਮਹਾਂਪੁਰਖ ਬੰਦਗੀ ਵਾਲੀਆਂ ਪਾਵਨ ਪਵਿੱਤਰ ਰੂਹਾਂ, ਜਿਨ੍ਹਾਂ ਨੇ ਸਤ ਚੇਤਨ ਆਨੰਦ ਨੂੰ ਪ੍ਰਤੱਖ ਸਰੂਪ ਦੇ ਵਿੱਚ ਜਾਣਿਆ, ਉਹਨਾਂ ਦੇ ਪਾਵਨ ਪਵਿੱਤਰ ਚਰਨਾਂ 'ਤੇ ਨਮਸਕਾਰ ਕੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਅੱਗੇ ਗੁਰ ਇਤਿਹਾਸ ਦੀ ਕਥਾ ਉਚਾਰਨ ਕਰ ਰਿਹਾ ਹਾਂ। ਸ਼੍ਰੀ ਬਾਲਾ ਸੰਧੂਰ ਵਾਚ। ਬਾਬਾ ਬਾਲਾ ਸਾਹਿਬ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਹ ਕਥਾ ਸਾਧ ਸੰਗਤ ਜੀ ਖਡੂਰ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਰਵਣ ਕਰਵਾ ਰਹੇ ਹੈ। ਤੇ ਸਤਿਗੁਰਾਂ ਦੇ ਹੁਕਮ ਦੇ ਨਾਲ ਭਾਈ ਪੈੜਾ ਜੀ ਤੇ ਭਾਈ ਮੋਖਾ ਜੀ ਇਸ ਕਥਾ ਨੂੰ ਕਲਮਬੰਦ ਕਰ ਰਹੇ ਹੈ। ਚਾਉ ਪਏ ਸ਼੍ਰੀ ਅੰਗਦ ਸੁਨ ਅਗਲ ਪ੍ਰਸੰਗਾ। ਧੰਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਸ ਤੋਂ ਅੱਗੇ ਕੀ ਹੋਇਆ? ਗੁਰੂ ਕਹਿਣ ਲਾਗ ਪੁਨ ਤੇਹ ਸੰਗਾ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ ਗੁਰੂ ਨਾਨਕ ਸਾਹਿਬ ਜੀ। ਜਨਮੇਜੇ ਕੇ ਸੁਨਹੁ ਕਹਾਣੀ। ਭਾਈ ਜਨਮੇਜੇ ਦੀ ਕਥਾ ਹੁਣ ਆਪ ਸਰਵਣ ਕਰੋ। ਜਿਹੜਾ ਰਾਜਾ ਜਨਮੇਜਾ ਜੀ ਹੋਏ ਹੈ, ਇਹ ਪਾਂਡਵਾਂ ਦੇ ਖਾਨਦਾਨ ਵਿੱਚੋਂ ਹੀ ਹੋਏ। ਅੱਗੇ ਜਿਉ ਦੁਖ ਪਾਇਓ ਤਿਹ ਸਭ ਜਾਣੇ। ਜਿਸ ਤਰ੍ਹਾਂ ਸਾਰਾ ਕੁਝ ਜਾਣਦਿਆਂ ਹੋਇਆਂ, ਅਣਜਾਣ ਪੁਣੇ ਦੇ ਵਿੱਚ ਤਾਂ ਕੋਈ ਦੁਖੀ ਹੋਵੇ ਸੋ ਮੰਨਿਆ, ਤੇ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਦੁੱਖ ਭੋਗਣਾ, ਜਾਣਦਿਆਂ ਹੋਇਆਂ ਵੀ ਦੁਖੀ ਹੋਏ ਜਨਮੇਜਾ ਜੀ। ਕੀ ਭਾਣਾ ਵਰਤਿਆ ਉਹਨਾਂ ਦੇ ਨਾਲ,
ਇਹ ਕਥਾ ਸਰਵਣ ਕਰੀਏ। वेद व्यास एक बासुर माहे, ਇੱਕ ਦਿਨ ਦਾ ਪ੍ਰਸੰਗ ਹੈ। ਵੇਦ ਵਿਆਸ ਜੀ बैठ्यो हो तो नृपद के पाहे, ਰਾਜੇ ਜਨਮੇਜੇ ਦੇ ਪਾਸ ਬੈਠੇ ਹੋਏ ਸਨ। अपने पितरन के दुख गाथा, ਆਪਣੇ ਬਜ਼ੁਰਗਾਂ ਦੀ ਇਹ ਦੁੱਖ ਦੀ ਕਥਾ, ਜੂਆ ਖੇਡਣ ਦੀ, 12 ਸਾਲ ਬਨਵਾਸ ਕੱਟਣ ਦੀ, 13ਵਾਂ ਸਾਲ ਗੁਪਤਵਾਸ ਰਹਿਣ ਦੀ, द्रौपदी ਦੀ ਬੇਪਤੀ ਆਦਿਕ ਦੀ ਸਾਰੀ ਜੋ ਕਥਾ ਸੀ। बूझन लगा ताहे के साथा, ਸੋ ਰਾਜਾ ਜਨਮੇਜਾ ਜੀ ਵੇਦ ਵਿਆਸ ਜੀ ਪਾਸੋਂ ਪੁੱਛਣ ਲੱਗੇ। धर्मज जब है जोप को खेला, ਕਹਿਣ ਲੱਗੇ ਮਹਾਰਾਜ ਵਿਆਸ ਜੀ, ਬੜੀ ਹੈਰਾਨਗੀ ਦੀ ਗੱਲ ਹੈ, ਧਰਮ ਦਾ ਪੁੱਤਰ ਹੋਵੇ ਤੇ ਜੂਆ ਖੇਡੇ। ਜਦ ਉਹ ਜੂਆ ਖੇਡਣ ਲੱਗੇ ਸੀਗੇ ਯੁਧਿਸ਼ਠਰ ਜੀ, जहते बेत्यो काल दुहेला, ਤੇ ਜਿਸ ਜੂਏ ਦੇ ਕਾਰਨ ਕਰਕੇ ਇਹ ਦੁੱਖ ਦਾ ਸਮਾਂ ਸਾਰਾ ਉਹਨਾਂ ਤੇ ਬੀਤਿਆ। ਦੁੱਖ ਵੀ ਐਸਾ, ਮੌਤ ਤੋਂ ਪਰੇ ਦਾ ਦੁੱਖ। ਮਨੁੱਖ ਮਰ ਜਾਵੇ ਤੇ ਕਹਿੰਦੇ ਛੁੱਟ ਗਿਆ, ਤੇ ਪਰ ਜਾਨ ਵੀ ਨਹੀਂ ਟੁੱਟਦੀ, ਕਿਸੇ ਦੇ ਹੱਥ ਵਿੱਚ ਨਹੀਂ ਹੈ ਵੀ ਆਪਣਾ ਸਰੀਰ ਆਪ ਤਿਆਗ ਦੇਵੇ। ਸੋ ਇਸ ਪ੍ਰਕਾਰ ਕਹਿਣ ਲੱਗੇ ਬੜੀ ਮਾੜੀ ਗੱਲ ਹੋਈ। ਪੁੱਤਰ ਧਰਮ ਦੇ ਸਾਡੇ ਬਜ਼ੁਰਗ, ਤੇ ਉਹਨਾਂ ਨੇ ਜੂਆ ਖੇਡਿਆ, ਤੇ ਜੂਆ ਖੇਡਣ ਤੋਂ ਬਾਅਦ ਉਹਨਾਂ ਨੂੰ ਮੌਤ ਤੋਂ ਵੀ ਪਰੇ ਦਾ ਦੁੱਖ ਭੋਗਣਾ ਪਿਆ। केनहु बारज ना तह को केनो, ਕੀ ਮਹਾਰਾਜ ਸਾਡੇ ਬਜ਼ੁਰਗਾਂ ਨੂੰ ਕਿਸੇ ਨਾ ਰੋਕਿਆ ਕਿ ਤੁਸੀਂ ਇਹ ਜੂਆ ਨਾ ਖੇਡੋ, ਇਹ ਕੋ ਕਰਮ ਨਾ ਕਰੋ? गहयो को कर्म जो धर्म प्रबेनो, ਕਹਿਣ ਲੱਗੇ ਆਮ ਆਦਮੀ ਦੀ ਗੱਲ ਵੱਖਰੀ ਹੈ। ਧਰਮ ਦੇ ਪੁੱਤਰ ਸੀ ਸਾਡੇ ਬਜ਼ੁਰਗ ਯੁਧਿਸ਼ਠਰ ਜੀ, ਉਹਨਾਂ ਨੇ ਐਸਾ ਕਰਮ ਕਿਉਂ ਕੀਤਾ? शोभ सुपाए सतबादे सोए, ਕਹਿਣ ਲੱਗੇ ਬਹੁਤ ਚੰਗੇ ਸੁਭਾਅ ਦੇ ਸੀ, ਸੱਚੇ ਪੁਰਸ਼ ਸੀਗੇ, ਸਤਵਾਦੀ ਸੀਗੇ, ऐसे बोध कास्ते होए, ਤੇ ਉਹਨਾਂ ਦੀ ਬੁੱਧੀ ਕਿਉਂ ਭ੍ਰਿਸ਼ਟ ਹੋ ਗਈ? ਕਿਉਂ ਜੂਆ ਖੇਡਿਆ ਉਹਨਾਂ ਨੇ? पन व्यास जन्मे जा सुनिए, ਸੋ ਵੇਦ ਵਿਆਸ ਜੀ ਕਹਿਣ ਲੱਗੇ, ਕਹਿੰਦੇ ਮਹਾਰਾਜ ਜਨਮੇਜਾ ਜੀ ਸੁਣੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ईश्वर नेत अवश्य हवै गुनिए, ਜੋ ਪਰਮੇਸ਼ਵਰ ਦਾ ਭਾਣਾ ਹੁੰਦਾ ਹੈ ਨਾ, ਇਹ ਹਰ ਪ੍ਰਕਾਰ ਦੁਆਰਾ ਵਰਤ ਕੇ ਹੀ ਰਹਿੰਦਾ, ਇਹਨੂੰ ਕੋਈ ਟਾਲ ਨਹੀਂ ਸਕਦਾ। ਭੋਗੇ ਬਿਨ ਭਾਗੇ ਨਹੀਂ, ਭੱਜ ਨਹੀਂ ਸਕਦਾ ਮਨੁੱਖ ਜਿੰਨਾ ਚਿਰ ਆਪਣੇ ਕਰਮਾਂ ਦਾ ਭੋਗ ਨਹੀਂ ਲੈਂਦਾ। दोहरा कोट उपावन को करੈ, कैसो स्याना होए, ਕਿੰਨੀ ਵੀ ਅਕਲ ਬੁੱਧੀ ਰੱਖਦਾ ਹੋਵੇ, ਕਰੋੜਾਂ ਅਪਾਪ ਕਿਉਂ ਨਾ ਕਰ ਲਵੇ। टारे टारत ना किसो ते होनहार सो होए, ਇਹ ਹੋਣਹਾਰ ਜਿਹੜੀ ਹੈ ਨਾ, ਉਹ ਆਪਣਾ ਭਾਣਾ ਵਰਤਾ ਕੇ ਰਹਿੰਦੀ ਹੈ, ਉਹਦੇ ਭਾਣੇ ਨੂੰ ਕੋਈ ਨਹੀਂ ਟਾਲ ਸਕਦਾ। चाव पए कह जन्मे जा सुन मुन राए, ਸੋ ਰਾਜਾ ਜਨਮੇਜਾ ਜੀ ਵੇਦ ਵਿਆਸ ਜੀ ਨੂੰ ਕਹਿਣ ਲੱਗੇ, ਕਹਿੰਦੇ ਮਹਾਰਾਜ ਸੁਣੋ ਮੇਰੇ ਬਚਨ ਨੂੰ। आग शोध को देह बताए, ਕਿ ਜੇ ਪਹਿਲਾਂ ਹੀ ਖਬਰ ਹੋਵੇ ਵੀ ਇਹ ਕਰਮ ਹੋਣ ਵਾਲਾ ਹੈ, होनहार होवै ताब कैसे, ਤੇ ਫਿਰ ਤੇ ਹੋਣਹਾਰ ਨਹੀਂ ਨਾ ਹੋ ਸਕਦੀ। ਕਿਸੇ ਨੂੰ ਪਤਾ ਹੋਵੇ ਮਨੁੱਖ ਨੂੰ ਕਿ ਵੀ ਆਹ ਭਾਣਾ ਵਰਤਣਾ ਹੈ, ਤੇ ਉਸ ਦੇ ਵਿੱਚ ਫੇਰ ਜਾ ਕੇ ਭਾਣੇ ਦੇ ਵਿੱਚ ਫਸ ਜਾਵੇ, ਇਹ ਗੱਲ ਸ਼ੋਭਾ ਨਹੀਂ ਪਾਉਂਦੀ ਹੈ। अनजानत हवै जैसे तैसे, ਅਣਜਾਣਤ, ਜਾਣੇ ਤੋਂ ਬਿਨਾ ਅਣਹੋਣੀ, ਅਣਜਾਣਪੁਣੇ ਵਿੱਚ ਵਰਤ ਜਾਵੇ, ਉਹ ਗੱਲ ਅਲੱਗ ਹੈ। ਜੇ ਪਤਾ ਹੁੰਦਿਆਂ ਵੀ ਵਰਤੇ ਤੇ ਫਿਰ ਇਹ ਗੱਲ ਚੰਗੀ ਨਹੀਂ ਹੈ। व्यास कह तुमरे शोध जो, ਵੇਦ ਵਿਆਸ ਜੀ ਕਹਿਣ ਲੱਗੇ, ਸੁਣੋ ਰਾਜਨ, ਮੈਂ ਤੁਹਾਨੂੰ ਖਬਰ ਦੱਸਦਾ ਹਾਂ, ਪਤੇ ਦੱਸਦਾ ਹਾਂ। पूरब कहो लेहो सो न सो, ਤੁਹਾਡੇ ਬਜ਼ੁਰਗਾਂ ਨੂੰ ਤੇ ਹਿਰਦੇ 'ਚ ਪਤਾ ਸੀ ਨਾ, ਉਹ ਧਰਮੀ ਸੀਗੇ, ਤੇ ਮੈਂ ਤੁਹਾਨੂੰ ਆਪ ਸਿੱਧਾ ਹੀ ਦੱਸ ਦਿੰਦਾ, ਤੁਸੀਂ ਬਚ ਲਿਓ ਜੇ ਇਸ ਹੋਣੀ ਤੋਂ। एक तुरंगन तुम टेग आवै, ਕਹਿਣ ਲੱਗੇ ਰਾਜਾ, ਇੱਕ ਘੋੜੀ ਤੁਹਾਡੇ ਪਾਸ ਆਉਣੀ ਹੈ, लेहो मोल निज धाम रखावै, ਤੇ ਉਹ ਘੋੜੀ ਨੂੰ ਤੁਸੀਂ ਮੁੱਲ ਖਰੀਦ ਲੈਣਾ ਹੈ ਤੇ ਆਪਣੇ ਤਬੇਲੇ ਵਿੱਚ ਰੱਖ ਲੈਣਾ ਹੈ। हवै आरूढ़ बन जाहे अखेरा, ਇੱਕ ਦਿਨ ਤੁਸੀਂ ਉਸ ਘੋੜੀ ਤੇ ਸਵਾਰ ਹੋ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਨੂੰ ਜਾਣਾ ਹੈ, दखन दिशा करै निज फेरा, ਤੇ ਦੱਖਣ ਦੇ ਪਾਸੇ ਨੂੰ ਜਾਓਗੇ ਤੁਸੀਂ। अधिक श्रम पावह तेस बेरा, ਉਹ ਘੋੜੀ ਤੇ ਤੁਸੀਂ ਸ਼ਿਕਾਰ ਖੇਡਦਿਆਂ ਖੇਡਦਿਆਂ ਦੂਰ ਨਿਕਲ ਜਾਣਾ ਹੈ। ਬਹੁਤਾ ਦੇਰ ਸਵਾਰੀ ਕਰਨ ਦੇ ਨਾਲ ਤੁਸੀਂ ਵੀ ਥੱਕ ਜਾਣਾ ਹੈ, ਤੇ ਬਹੁਤੀਆਂ ਦੌੜਾਂ ਲਾਉਣ ਦੇ ਨਾਲ ਘੋੜੀ ਨੇ ਵੀ ਥੱਕ ਜਾਣਾ ਹੈ।
ਤਟ ਸਰਵਰ ਤੂੰ ਕਰ ਹੈ ਡੇਰਾ। ਇਸ ਤਰ੍ਹਾਂ ਰਾਜਨ ਜੀ ਇੱਕ ਸਰੋਵਰ ਦੇ ਕਿਨਾਰੇ ਤੇ ਥੱਕੇ ਹੋਣ ਕਰਕੇ ਤੁਸੀਂ ਤੇ ਘੋੜੀ ਨੇ ਦੋਵਾਂ ਨੇ ਉਤਾਰਾ ਕਰ ਲੈਣਾ ਹੈ। ਦੋਹਰਾ ਇਕਲੋ ਬਨ ਮਹਿ ਸੋਵਏ ਸਰਵਰ ਨਿਕਸ ਤੁਰੰਗ। ਇਸ ਤਰ੍ਹਾਂ ਸਰੋਵਰ ਦੇ ਕੰਢੇ ਤੇ ਤੁਸੀਂ ਇਕੱਲਿਆਂ ਹੀ ਪਹੁੰਚਣਾ, ਫੌਜ ਪਿੱਛੇ ਰਹਿ ਜਾਣੀ ਹੈ। ਘੋੜੀ ਦਰਖਤ ਨਾਲ ਬੰਨ੍ਹ ਕੇ ਤੁਸੀਂ ਆਰਾਮ ਕਰਨਾ ਹੈ। ਜਿਹੜੇ ਸਰੋਵਰ ਦੇ ਕਿਨਾਰੇ ਤੇ ਤੁਸੀਂ ਆਰਾਮ ਕਰਨਾ ਹੈ, ਉਹਦੇ ਵਿੱਚੋਂ ਘੋੜਾ ਪ੍ਰਗਟ ਹੋਵੇਗਾ। ਤੁਮ ਟਿਕ ਜੋ ਹਵੇ ਬਾਜਨੇ ਕੇਲ ਕਰੈ ਤਿਹ ਸੰਗ। ਉਹ ਤੁਹਾਡੀ ਜਿਹੜੀ ਬਾਜਨੀ ਘੋੜੀ ਹੈ ਉਹਦੇ ਨਾਲ ਘੋੜੇ ਦਾ ਮਿਲਣ ਹੋਵੇਗਾ। ਚਾਉ ਪਈ ਗਰਭ ਰਹਤੇ ਦੇ ਬਛੇਰਾ। ਇਸ ਤਰ੍ਹਾਂ ਉਹ ਤੁਹਾਡੀ ਘੋੜੀ ਜਿਹੜੀ ਹੈ ਉਹਨੇ ਗਰਭ ਧਾਰਨ ਕਰ ਲੈਣਾ। ਸਮੇਂ ਮੁਤਾਬਕ ਉਹ ਬਛੇਰਾ ਬੱਚਾ ਦੇਵੇਗੀ। ਸ਼ਾਮ ਕਾਰਨ ਚੰਦਰ ਦੁੱਤ ਹੀਰਾ। ਇਹ ਜਿਹਾ ਸੋਹਣਾ ਸੁੰਦਰ ਬਛੇਰਾ ਹੋਵੇਗਾ ਜਿਹੜਾ ਕਦੀ ਦੇਖਿਆ ਹੀ ਨਾ ਹੋਵੇ। ਸਾਰਾ ਰੰਗ ਸਫੇਦ, ਕੰਨ ਉਹਦੇ ਦੋਵੇਂ ਕਾਲੇ। ਇਹ ਜਿਹਾ ਘੋੜਾ ਹੋਵੇਗਾ, ਬੱਚਾ ਹੋਵੇਗਾ ਉਸ ਘੋੜੀ ਦਾ। ਤਿਹ ਸੋ ਤਬ ਹੈ ਜਗ ਰਚਾਵਹਿ। ਤੇ ਉਸ ਬਛੇਰੇ ਨੂੰ ਦੇਖ ਕੇ ਤੁਸੀਂ ਫਿਰ ਉਹਦੀ ਖੁਸ਼ੀ ਦੇ ਵਿੱਚ ਯੱਗ ਕਰੋਗੇ। ਬਹੁਤ ਬਿਪਰ ਤੁਮਰੇ ਢਿਗ ਆਵਹਿ। ਬਹੁਤ ਬ੍ਰਾਹਮਣ ਜਿਹੜੇ ਹਨ ਉਸ ਯੱਗ ਦੇ ਵਿੱਚ ਵੇਦਾਂ ਦੀਆਂ ਸ਼ਰੂਤੀਆਂ ਪੜ੍ਹਨ ਵਾਸਤੇ ਤੁਹਾਡੇ ਪਾਸ ਆਉਣਗੇ। ਤਾਂ ਬਿਘਨ ਕੋ ਹੋਵਹਿ ਐਸਾ। ਉੱਥੇ ਫਿਰ ਇੱਕ ਰੁਕਾਵਟ ਵੱਡੀ ਭਾਰੀ ਖੜੀ ਹੋ ਜਾਵੇਗੀ, ਵਿਘਨ ਆ ਜਾਵੇਗਾ। ਮਹਾ ਪਾਪ ਲਾਗਹਿ ਤੋਝ ਜੈਸਾ। ਤੇ ਉਹ ਵਿਘਨ ਜਿਹੜਾ ਆਊਗਾ ਉਹਦੇ ਉਲਟ ਜਿਹੜਾ ਤੁਸੀਂ ਕਰਮ ਕਰੋਗੇ, ਬਹੁਤ ਵੱਡਾ ਪਾਪ ਤੁਹਾਡੇ ਸਿਰ ਚੜੇਗਾ। ਹੋਏ ਬੜੋ ਦੁਖ ਭਾਰਤ ਸੁਨਏ। ਤੇ ਉਹ ਪਾਪ ਇਹ ਜਿਹਾ ਤੁਸੀਂ ਕਰੋਗੇ ਜਿਹੜੇ ਪਾਪ ਨੂੰ ਸਾਰੇ ਭਰਤਖੰਡ ਦੇ ਵਿੱਚ ਸੁਣਿਆ ਜਾਵੇਗਾ। ਕਿਸੋ ਥਾਮ ਤੋਂ ਬਚਨ ਨਾ ਮਨਏ। ਤੇ ਕਿਸੇ ਦਾ ਬਚਨ ਨਹੀਂ ਤੁਸੀਂ ਮੰਨਣਾ। ਇਹ ਜਿਹਾ ਅੜੀਅਲ ਸੁਭਾਅ ਤੁਹਾਡਾ ਹੋ ਜਾਣਾ। ਜੋ ਤੁਸੀਂ ਉਹ ਪਾਪ ਕਰਨਾ ਹੈ ਨਾ, ਲੋਕ ਬਹੁਤ ਕਹਿਣਗੇ ਮਹਾਰਾਜੇ ਜ਼ੁਲਮ ਨਾ ਕਰੋ, ਪਰ ਤੁਸਾਂ ਨਹੀਂ ਕਿਸੇ ਦੀ ਮੰਨਣੀ। ਉਹ ਪਾਪ ਕਰਕੇ ਹੀ ਰਹਿਣਾ ਹੈ। ਦੁਖ ਕੁਛ ਰਹਿ ਪ੍ਰਾਨ ਹੱਥ ਹੋਏ। ਤੇ ਇਸ ਤਰ੍ਹਾਂ ਉਹ ਪਾਪ ਜਿਹੜਾ ਹੈ ਉਹਦਾ ਫਿਰ ਦੁੱਖ ਤੁਹਾਨੂੰ ਭੋਗਣਾ ਪਵੇਗਾ। ਉਸੇ ਦੁੱਖ ਦੇ ਨਾਲ ਹੀ ਤੁਹਾਡੀ ਮੌਤ ਹੋ ਜਾਵੇਗੀ। ਅਬ ਮੈਂ ਪ੍ਰਗਟ ਕਹੇ ਸਭ ਸੋਏ। ਤੁਸੀਂ ਕਿਹਾ ਸੀ ਸਾਡੇ ਬਜ਼ੁਰਗ ਧਰਮ ਦੀਆਂ ਔਲਾਦਾਂ, ਪੰਜੇ ਹੀ ਅਲੱਗ-ਅਲੱਗ ਤਰ੍ਹਾਂ ਦੇ ਉਹ ਅਵਤਾਰ, ਅਰਜਨ ਨਰਾਂ ਦਾ ਅਵਤਾਰ, ਮਨੁੱਖਾਂ ਦਾ। ਤੇ ਉਹਨਾਂ ਨੇ ਇਹ ਕਰਮ ਕਿਉਂ ਕੀਤਾ ਮਹਾਰਾਜ? ਉਹਨਾਂ ਨੂੰ ਤੇ ਹਿਰਦੇ ਵਿੱਚ ਗਿਆਨ ਸੀ। ਮੈਂ ਪ੍ਰਗਟ ਤੌਰ ਤੇ ਤੁਹਾਨੂੰ ਗਿਆਨ ਦਿੰਨਾ, ਦੱਸ ਦਿੰਨਾ ਵੀ ਇਹ ਭਾਣਾ ਵਰਤਣਾ, ਬਚ ਜਾਇਓ, ਇਹਦੇ ਨਾਲ ਤੁਹਾਡੀ ਮੌਤ ਹੋ ਜਾਣੀ ਹੈ। ਇਹ ਕਰਮ ਨਾ ਕਰਿਓ। ਪੂਰਾ ਵਸੋਧ ਤੁਝ ਦੇਨ ਜਨਾਏ। ਇਸ ਵਾਸਤੇ ਸਾਰੇ ਭਾਣੇ ਦੇ ਜੋ ਵਰਤਣਾ ਹੈ ਉਹਦੀ ਖਬਰ ਮਹਾਰਾਜ ਮੈਂ ਪਹਿਲਾਂ ਹੀ ਤੁਹਾਨੂੰ ਸੁਣਾ ਦਿੱਤੀ ਹੈ। ਨਹਿ ਕਰਿਏ ਰਾਖੋ ਚੁਕਸਾਏ। ਇਸ ਵਾਸਤੇ ਚੁਕਸਾਈ ਕਰ ਦਿਓ, ਚੰਗੀ ਤਰ੍ਹਾਂ ਸਾਵਧਾਨ ਹੋ ਜਾਵੋ। ਮੈਂ ਜੋ ਕਿਹਾ ਇਹਨਾਂ ਗੱਲਾਂ ਤੋਂ ਬਚ ਜਾਣਾ। ਦੋਹਰਾ ਸੁਨ ਨਰੇਸ਼ ਬਿਸਮੈ ਪਇਓ ਬਨਜ ਤਿਆਗ ਦੀ ਬਾਜ। ਇਹ ਜਿਸ ਵੇਲੇ ਜਨਮੇਜੇ ਰਾਜੇ ਜੀ ਨੇ ਵੇਦ ਵਿਆਸ ਜੀ ਦੇ ਬਚਨ ਸੁਣੇ ਤੇ ਘੋੜੇ ਖਰੀਦਣੇ ਹੀ ਬੰਦ ਕਰ ਦਿੱਤੇ। ਲਵਾਈ ਤੋਂ ਬਾਅਦ ਘੋੜਾ ਹੀ ਨਹੀਂ ਖਰੀਦਾਂਗੇ ਤੇ ਕਿੱਥੋਂ ਇਹ ਪਾਪ ਹੋ ਜਾਵੇਗਾ। ਕਾਰਨ ਕੇ ਨਿਰਮੂਲ ਤੇ ਕੈਸੇ ਹੋਵਹਿ ਕਾਜ। ਕਿਉਂਕਿ ਜਿਹੜਾ ਕਾਰਨ ਹੁੰਦਾ ਹੈ ਤੇ ਉਹਦਾ ਮੋਢੀ ਤਿਆਗ ਦੇਣਾ, ਮੋਢੀ ਨਹੀਂ ਉਸਦਾ ਰੱਖਣਾ, ਤੇ ਉਹ ਕਾਰਜ ਹੋਵੇਗਾ ਕਿਵੇਂ? ਇਸ ਵਾਸਤੇ ਮੈਂ ਨਹੀਂ ਇਹ ਕਰਮ ਕਰਨਾ, ਘੋੜਾ ਖਰੀਦਾਂ, ਘੋੜੇ ਖਰੀਦਾਂ ਹੀ ਨਾ, ਤੇ ਇਹ ਜਿਹਾ ਕਰਮ ਹੋਵੇਗਾ ਹੀ ਨਾ। ਚਾਉ ਪਏ ਜੇ ਨਹਿ ਬੋਵਹਿ ਵੇਜ ਅਗਾਰੇ। ਜੇ ਕੋਈ ਅੱਗੇ ਬੀਜ ਨਾ ਹੋਵੇ ਕਿਉ ਕੰਟਨ ਦੁਖ ਦੇ ਕੰਟਾਰੇ। ਤੇ ਫੇਰ ਕੰਡੇ ਕਿੱਥੋਂ? ਜੇ ਤੁੱਕੇ ਕਿੱਕਰ ਦੇ ਬੀਜਾਂਗੇ, ਕਿੱਕਰਾਂ ਉੱਗਣਗੀਆਂ ਤਾਂ ਹੀ ਪੈਰਾਂ ਵਿੱਚ ਕੰਡੇ ਵੱਜਣਗੇ। ਜਦ ਤੁਗਲੇ ਬੀਜਾਂਗੇ ਹੀ ਨਾ, ਕਿੱਕਰਾਂ ਕਿੱਥੋਂ ਪੈਦਾ ਹੋਣਗੀਆਂ, ਨਾ ਕੰਡੇ ਵੱਜਣਗੇ। ਭਾਵ ਉਹ ਮੈਂ ਕਰਮ ਕਰਾਂਗਾ ਹੀ ਨਾ ਜਿਹਦੇ ਕਰਨ ਦੇ ਨਾਲ ਮੇਰਾ ਨਾਸ ਹੋਵੇਗਾ। ਮੈਂ ਨਹੀਂ ਇਹ ਕਰਮ ਕਰਾਂਗਾ। ਇਹ ਪਰਨ ਕਰ ਲਿਆ ਰਾਜੇ ਜਨਮੇਜੇ ਨੇ। ਆਸ ਹਠ ਕਰ ਦਿੜ ਕੇਤਕ ਕਾਲਾ। ਇਸ ਤਰ੍ਹਾਂ ਸਾਧ ਸੰਗਤ ਜੀ ਜਿੱਦ ਕੀਤੀ ਰਾਜੇ ਜਨਮੇਜੇ ਨੇ ਕੁਛ ਕੁ ਸਮਾਂ। ਕਰਿਓ ਬੇਤੇਤ ਮਹਤ ਭੂਪਾਲਾ। ਸੋ ਇਸ ਤਰ੍ਹਾਂ ਕੋਈ ਸਮਾਂ ਬਤੀਤ ਹੋਇਆ, ਘੋੜੇ ਨਹੀਂ ਖਰੀਦੇ ਰਾਜੇ ਨੇ। ਸੈਨਾ ਵੇਚ ਬਾਜ ਬਿਨ ਸਾਵਹਿ। ਤੇ ਇਸ ਤਰ੍ਹਾਂ ਘੋੜੇ ਜਿਹੜੇ ਹਨ ਉਹਨਾਂ ਜ਼ਮਾਨਿਆਂ ਦੇ ਵਿੱਚ ਫੌਜਾਂ ਦੇ ਪਾਸ ਘੋੜੇ ਹੀ ਮੁੱਖ ਸਾਧਨ ਹੁੰਦਾ ਸੀ ਲੜਾਈ ਦਾ। ਸਫ਼ਰ ਕਰਨਾ ਤਾਂ ਘੋੜਿਆਂ ਤੇ, ਇਸੇ ਤਰ੍ਹਾਂ ਜੰਗਾਂ ਲੜਨੀਆਂ ਤਾਂ ਘੋੜਿਆਂ ਤੇ,
ਤੇ ਘੋੜਿਆਂ ਦੇ ਨਾਲ ਹੀ ਤਾਕਤ ਮੰਨੀ ਜਾਂਦੀ ਸੀ ਕਿਸੇ ਰਾਜੇ ਮਹਾਰਾਜੇ ਦੀ ਆਦਿਕ। ਸੋ ਘੋੜੇ ਮਰਨੇ ਸ਼ੁਰੂ ਹੋ ਗਏ ਫੌਜ ਵਿੱਚ, ਕਿਉਂਕਿ ਸਮਾਂ ਆਪਣਾ ਆਪਣਾ ਉਮਰ ਭੋਗ ਕੇ ਮਰਨਾ ਹੀ ਹੈ। ਮਨੁੱਖ ਦੀ ਜਿੱਥੇ 100 ਸਾਲ ਉਮਰ ਮੰਨੀ ਜਾਂਦੀ ਹੈ, ਉੱਥੇ ਘੋੜੇ ਦੀ 40 ਕੁ ਸਾਲ ਮੰਨੀ ਜਾਂਦੀ ਹੈ। ਪਰ ਜਿਹੜੇ ਸਿਆਣੇ ਪੁਰਸ਼ ਹੈ, ਵਿਦਵਾਨ, ਉਹਨਾਂ ਨੇ ਕਿਹਾ ਵੀ ਮਰਦ ਤੇ ਘੋੜੇ ਬੁੱਢੇ ਨਹੀਂ ਹੁੰਦੇ ਜੇ ਖੁਰਾਕਾਂ ਇਹਨਾਂ ਨੂੰ ਮਿਲਦੀਆਂ ਰਹਿਣ, ਤਕੜੇ ਰਹਿੰਦੇ ਰਹੋ ਵਿਚਾਰ। ਪਰ ਜੋ ਮੰਨੀ ਉਮਰ ਇੰਨੀ ਕੁ ਹੈ, 100 ਸਾਲ ਮਨੁੱਖ ਦੀ, 40 ਸਾਲ ਘੋੜੇ ਦੀ। ਘੋੜੇ ਮਰੇ, ਨਵੇਂ ਖਰੀਦਦੇ ਦੀ ਫੌਜ ਵਿੱਚ ਘੋੜੇ ਘਟਣ ਲੱਗੇ। ਪੁਨ ਖਰੀਦ ਨਹਿ ਸੰਗ ਰਲਾਵਹਿ। ਤੇ ਕਿਉਂਕਿ ਪਹਿਲੇ ਮਰਦੇ ਜਾਂਦੇ ਆ, ਨਵੇਂ ਖਰੀਦ ਕੇ ਨਾਲ ਨਹੀਂ ਰਲਾਉਂਦੇ ਹਨ ਘੋੜੇ। ਭਏ ਅਲਪਤਾ ਜਬਹਿ ਤੁਰੰਗਾ। ਇਸ ਤਰ੍ਹਾਂ ਘੋੜਿਆਂ ਦੀ ਘਾਟ ਫੌਜ ਵਿੱਚ ਆ ਗਈ। ਸਚਿਵ ਬੰਦ ਕਰ ਕਹਿ ਨਿਰਪਸੰਗਾ। ਜਿਹੜਾ ਵਜ਼ੀਰ ਸੀਗਾ ਰਾਜੇ ਜਨਮੇਜੇ ਜੀ ਦਾ, ਹੱਥ ਜੋੜ ਕੇ ਮਹਾਰਾਜੇ ਨੂੰ ਕਹਿਣ ਲੱਗਾ, ਇਉ ਭੂਪਨ ਕੋ ਸਰ ਨਾ ਕਾਜਾ। ਇਹ ਮਹਾਰਾਜ, ਇਹ ਜਿਵੇਂ ਤੁਸੀਂ ਕਰ ਰਹੇ ਹੋ ਐਵੇਂ ਕਿਵੇਂ ਆਪਣਾ ਕੰਮ ਚੱਲੇਗਾ। ਜਸ ਪਰਨ ਧਰਿਓ ਆਪ ਮਹਾਰਾਜਾ। ਮਹਾਰਾਜ ਤੁਸੀਂ ਤੇ ਪਰਨ ਕਰ ਲਿਆ ਵੀ ਘੋੜੇ ਨਹੀਂ ਖਰੀਦਣੇ ਹਨ। ਬਿਨ ਤੁਰੰਗ ਤੇ ਸੈਨਾ ਕੈਸੇ। ਘੋੜਿਆਂ ਤੋਂ ਬਿਨਾਂ ਆਪਣੀ ਫੌਜ ਕਿਵੇਂ ਰਹੇਗੀ। ਪਗ ਬੇਹੇਨ ਸਿੰਘਨ ਹਵ ਜੈਸੇ। ਇਸ ਤਰ੍ਹਾਂ ਹੈ, ਫੌਜ ਜਿਹੜੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸ਼ੇਰਨੀ ਦੇ ਪੈਰ ਹੋਣ। ਤੇ ਜੇ ਸ਼ੇਰਨੀ ਦੇ ਪੈਰ ਹੀ ਨਾ ਹੋਣ ਤੇ ਉਹ ਸ਼ੇਰਨੀ ਕਾਹਦੀ ਵਿਚਾਰੀ, ਪੈਰਾਂ ਨਾਲ ਹੀ ਸ਼ੇਰਨੀ ਹੈ। ਇਸੇ ਤਰ੍ਹਾਂ ਫੌਜ ਘੋੜਿਆਂ ਨਾਲ ਹੈ ਮਹਾਰਾਜ। ਘੋੜਿਆਂ ਤੋਂ ਬਿਨਾਂ ਫੌਜ ਕਿਸੇ ਕੰਮ ਦੀ ਨਹੀਂ, ਜਿਵੇਂ ਸ਼ੇਰਨੀ ਪੈਰਾਂ ਤੋਂ ਬਿਨਾਂ ਕਿਸੇ ਕੰਮ ਦੀ ਨਹੀਂ ਹੈ। ਆਸਵ ਖਰੀਦਹੁ ਸੈਨਾ ਹੇਤੁ। ਇਸ ਵਾਸਤੇ ਮੇਰੀ ਬੇਨਤੀ ਹੈ, ਆਪਣੀ ਫੌਜੀ ਤਾਕਤ ਨੂੰ ਵਧਾਉਣ ਵਾਸਤੇ ਆਪਾਂ ਨੂੰ ਘੋੜੇ ਖਰੀਦਣੇ ਚਾਹੀਦੇ ਆ। ਆਪ ਨਾ ਚੜਹੁ ਬਨੀਤ ਨਿਕੇਤੁ। ਸੋ ਤੁਸੀਂ ਮਹਾਰਾਜ ਇੰਨਾ ਭੈਮਾਨ ਹੋ ਰਹੇ ਹੋ ਤੇ ਘੋੜੇ ਤੇ ਨਾ ਸਵਾਰ ਹੋਣਾ, ਨਾ ਚੜ੍ਹਨਾ ਘੋੜੇ ਤੇ, ਪਰ ਫੌਜ ਨੂੰ ਤਾਂ ਖਰੀਦ ਕੇ ਦਈਏ ਆਪਾਂ ਘੋੜੇ। ਦੇਸ਼ਨ ਦੇਸ਼ ਸੁਦਾਗਰ ਆਵਹਿ। ਇਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਘੋੜੇ ਵੇਚਣ ਵਾਲੇ ਸੁਦਾਗਰ ਆਪਣੇ ਪਾਸ ਚੱਲ ਕੇ ਆਉਂਦੇ ਆ। ਨਾਮ ਸੋ ਜਸ ਸੁਨ ਤੁਮ ਢਿਗ ਲਿਆਵਹਿ। ਮਹਾਰਾਜ ਤੁਹਾਡਾ ਨਾਮ ਸੁਣਦੇ ਆ, ਸੋਭਾ ਸੁਣਦੇ ਆ ਤੁਹਾਡੀ, ਤੇ ਉਹ ਘੋੜੇ ਤੁਹਾਡੇ ਪਾਸ ਲੈ ਕੇ ਆਉਂਦੇ ਆ। ਸੋ ਸਭ ਹੀ ਚਲ ਜਾਹੇ ਨਿਰਾਸੇ। ਤੇ ਮਹਾਰਾਜ ਤੁਸੀਂ ਘੋੜੇ ਨਹੀਂ ਖਰੀਦਦੇ, ਉਹ ਵਿਚਾਰੇ ਨਿਰਾਸ਼ ਹੋ ਕੇ ਤੁਰ ਜਾਂਦੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਵੀ ਸਾਧ ਸੰਗਤ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੁਦਾਗਰ ਆਇਆ ਕਰਦੇ ਸੀ। ਇਹ ਗਨੀ ਖਾਨ, ਨਵੀ ਖਾਨ ਜਿਹੜੇ ਆ, ਇਹ ਵੀ ਘੋੜਿਆਂ ਦਾ ਵਪਾਰ ਕਲਗੀਧਰ ਪਿਤਾ ਜੀ ਦੇ ਪਾਸ ਜਾ ਕੇ ਕਰਦੇ, ਵੇਚ ਕੇ ਆਉਂਦੇ। ਮਹਾਰਾਜ ਨਾਲ ਪਿਆਰ ਸੀਗਾ ਸੁਦਾਗਰੀ ਦੇ ਹਿਸਾਬ ਨਾਲ। ਕਹਿੰਦੇ ਮਹਾਰਾਜ ਸੁਦਾਗਰ ਤੁਹਾਡਾ ਨਾਂ ਸੁਣਦੇ ਆ ਕਿ ਮਹਾਰਾਜ ਜਨਮੇਜਾ ਜੀ ਬਹੁਤ ਵੱਡੇ ਦਿਆਲੂ ਨੇਗੇ, ਤੁਹਾਡੇ ਪਾਸ ਆਉਂਦੇ, ਤੁਸੀਂ ਘੋੜੇ ਨਹੀਂ ਖਰੀਦਦੇ। ਤੇ ਉਹ ਵਿਚਾਰੇ ਨਿਮੋ ਝੀਣੇ ਹੋ ਕੇ ਮੁੜ ਜਾਂਦੇ ਆ। ਨਿੰਦਾ ਮੁਖ ਤੇ ਹੇਨ ਹੁਲਾਸੇ। ਇਸ ਤਰ੍ਹਾਂ ਮਹਾਰਾਜ ਉਹਨਾਂ ਦੀ ਖੁਸ਼ੀ ਮਰ ਜਾਂਦੀ ਹੈ ਘੋੜੇ ਵੇਚਣ ਦੀ ਤੁਹਾਡੇ ਪਾਸ ਆ ਕੇ, ਤੇ ਉਲਟਾ ਉਹ ਤੁਹਾਡੀ ਸੋਭਾ ਤੇ ਕੀ ਕਰਨੀ, ਨਿੰਦਿਆ ਹੀ ਕਰਦੇ ਜਾਂਦੇ ਵੀ ਕਾਹਦਾ ਰਾਜਾ ਇਹ ਘੋੜੇ ਵੀ ਨਹੀਂ ਖਰੀਦਦਾ ਹੈ। ਸੁਨ ਮੰਤਰੀ ਕੇ ਬਚ ਰਾਜਾਨਾ। ਇਹ ਬਚਨ ਰਾਜੇ ਨੇ ਮੰਤਰੀ ਦੇ ਨੂੰ ਸੁਣਿਆ। ਹਿਰਦੇ ਗੁਨੇ ਇਨ ਸਾਚ ਬਖਾਨਾ। ਆਪਣੇ ਮਨ ਵਿੱਚ ਰਾਜਾ ਜਨਮੇਜਾ ਜੀ ਵਿਚਾਰ ਕਰਦੇ ਕਿ ਮੇਰੇ ਮੰਤਰੀ ਨੇ ਮੈਨੂੰ ਠੀਕ ਕਿਹਾ ਹੈ, ਗਲਤ ਨਹੀਂ ਕਿਹਾ ਹੈ। ਹਮ ਸੇ ਭੂਪ ਨਾ ਲਹਿ ਤੁਰੰਗਾ। ਸਾਡੇ ਵਰਗੇ ਜਿਹੜੇ ਰਾਜੇ ਨੇ ਜੀ, ਉਹ ਘੋੜੇ ਨਹੀਂ ਖਰੀਦਣਗੇ। ਤਾਂ ਇਹ ਬਾਨਜ ਕਰੈ ਕਿਸ ਸੰਗਾ। ਤਾਂ ਫਿਰ ਇਹ ਜਿਹੜੇ ਵਪਾਰੀ ਹੈ ਸੁਦਾਗਰ ਘੋੜਿਆਂ ਦੇ, ਕਿੱਥੇ ਜਾ ਕੇ ਵਪਾਰ ਕਰਨਗੇ। ਕਹਿਓ ਬਿਆਸ ਨਹਿ ਬੜਵਾ ਲਿਜੈ। ਤੇ ਵੇਦ ਵਿਆਸ ਜੀ ਨੇ ਘੋੜੇ ਖਰੀਦਣ ਤੇ ਮਨਾਹੀ ਨਹੀਂ ਸੀ ਲਾਈ, ਉਹਨਾਂ ਤੇ ਕਿਹਾ ਸੀ ਘੋੜੀ ਨਾ ਖਰੀਦੀ। ਤੇ ਪਰ ਚੜ ਕਿਤ ਗਵਨ ਨਾ ਕੀਜੈ। ਤੇ ਘੋੜੀ ਤੇ ਚੜ ਕੇ ਕਿੱਥੇ ਜਾਣਾ ਨਹੀਂ ਹੈ। ਸੋ ਨਹਿ ਲਿਓ ਐਸ ਹੋਰ ਧਾਰੇ। ਇਹ ਘੋੜੀ ਮੈਂ ਨਹੀਂ ਖਰੀਦੂੰਗਾ, ਇਹ ਮਨ ਵਿੱਚ ਪਰਨ ਕਰ ਲਿਆ। ਅਸਵ ਖਰੀਦਨ ਬੁੱਧ ਵਿਚਾਰੇ। ਤੇ ਘੋੜੇ ਖਰੀਦਣ ਦਾ ਮਨ ਜਿਹੜਾ ਹੈ ਉਹ ਰਾਜੇ ਨੇ ਕਰ ਲਿਆ ਵੀ ਘੋੜੀ ਨਾ ਖਰੀਦਾਂ, ਘੋੜੇ ਤੇ ਖਰੀਦੀਏ, ਫੌਜ ਨੂੰ ਖਰੀਦ ਕੇ ਦਈਏ। ਬਹੁ ਲੇਵਨ ਲਗਿਓ ਤੁਰੰਗਾ। ਇਸ ਤਰ੍ਹਾਂ ਰਾਜੇ ਨੇ ਘੋੜੇ ਖਰੀਦਣੇ ਸ਼ੁਰੂ ਕਰ ਦਿੱਤੇ। ਧਨ ਦੇਵਹਿ ਲੈ ਸਰਸ ਕੁਰੰਗਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਮਾਇਆ ਦੇ ਕੇ ਹਿਰਨਾ ਵਾਂਗੂ ਚੁੰਗੀਆਂ ਮਾਰਨ ਵਾਲੇ ਸੋਹਣੇ ਸੋਹਣੇ ਘੋੜੇ ਰਾਜੇ ਜਨਮੇਜੇ ਜੀ ਨੇ ਖਰੀਦਣੇ ਸ਼ੁਰੂ ਕੀਤੇ। ਜੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਾਚਨ ਕੀਤੇ, ਰਾਜਾ ਜਨਮੇਜਾ ਦੇ ਮਤੀ ਵੇਦ ਵਿਆਸ ਪੜ੍ਹਾਇਆ। ਪਹਿਲਾਂ ਹੀ ਦੱਸ ਦਿੱਤਾ ਸੀ ਆਹ ਭਾਣਾ ਵਰਤਣਾ, ਪਰ ਸਾਧ ਸੰਗਤ ਜੀ ਭਾਵੀ ਮਿਟਦੀ ਨਹੀਂ ਹੈ, ਹੋਣੀ ਮਿਟਦੀ ਨਹੀਂ ਹੈ। ਉਹ ਪਰਮੇਸ਼ਵਰ ਦਾ ਭਾਣਾ, ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ
ਇਹ ਬਖਸ਼ਿਸ਼ ਸਾਡੇ ਤੇ ਤਾਂ ਕੀਤੀ ਹੈ, ਗੁਰਸਿੱਖੋ ਭਾਣਾ ਮੰਨਣ ਦੀ ਜਾਚ ਸਿੱਖੋ। ਰੋਣਾ, ਕਲਾਉਣਾ, ਪਿੱਟਣਾ, ਬਰਲਾਪ ਕਰਨਾ, ਇਹਨੂੰ ਤਿਆਗ ਕੇ ਉਹ ਪਰਮੇਸ਼ਵਰ ਦੇ ਭਾਣੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਸਿੱਖੋ। ਜੇ ਸੁਖ ਮੰਨਣਾ ਚਾਹੁੰਦੇ ਹੋ, ਸਤਿਗੁਰੂ ਕਿਰਪਾ ਕਰਨ, ਮਿਹਰ ਕਰਨ, ਦਇਆ ਕਰਨ। ਇਹ ਜੋ ਉਪਦੇਸ਼, ਇਹ ਸਾਰੇ ਇਤਿਹਾਸ ਦਾ ਗੁਰਬਾਣੀ ਦੁਆਰਾ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸਾਡੇ ਹਿਰਦਿਆਂ ਤੇ ਵਸੇ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ, हे पूरन हे सर्व मैं दुख भंजन गुण, हे संगी हे निरंकार, हे गोविंद